ਭਰਿਆ ਰੇ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈਮਾਨ ਚਵਰ ਸ਼ਤਰ ਤਖ ਜੀ ਦੇ ਮਾਲਕ ਯਹਰਾਜ ਹੋਰ ਹਾਜਰਾ ਹਜੂਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ ਗੁਰੂ ਸਵਾਰਿਓ ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਅੱਜ ਦਾ ਪਾਵਨ ਪਵਿੱਤਰ ਦਿਹਾੜਾ ਯੋਧ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਦੀਵਾਨ ਅੰਦਰ ਆਪਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਜੀਵਨ ਸਰਵਣ ਕਰਨਾ ਹੈ ਤੇ ਜੀਵਨ ਨੂੰ ਸਰਵਣ ਕਰਨ ਵਾਸਤੇ ਆਪਾਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਾਂਗੇ। ਇੱਕ ਪਹਿਲਾ ਹਿੱਸਾ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਦੇ ਹਾਲਾਤ ਤੇ ਦੂਸਰਾ ਹਿੱਸਾ ਸਤਿਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਬਾਅਦ ਸਤਿਗੁਰਾਂ ਨੇ ਜਿਵੇਂ ਰਹਿਮਤਾਂ ਵਰਤਾਈਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਦੇ ਹਾਲਾਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਪੂਰਵਕ ਲਿਖੇ ਹੋਏ ਨੇ। ਉਹ ਲਿਖਦੇ ਨੇ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ। ਖੁਦੀ ਬਖੀਲ ਤਗੱਬਰੀ ਖਿੰਚੋ ਤਾਨ ਕਰੇਣ ਧਿੰਗਾਣੇ। ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ। ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਇ ਰਾਹ ਭੁਲਾਣੇ। ਵੇਦ ਕੁਤੇਬ ਭੁਲਾਏ ਕੈ ਮੋਹਿ ਲਾਲਚ ਦੁਨੀ ਸ਼ੈਤਾਣੇ। ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਸਿਰੋਂ ਨ ਮਿਟੇ ਆਵਣ ਜਾਣੇ। ਸੰਸਾਰ ਦੀ ਦੁਰਦਸ਼ਾ ਚਾਰ ਵਰਨ ਸੰਸਾਰ ਦੇ ਅੰਦਰ ਨੇ, ਚਾਰ ਮਜ਼ਹਬ ਨੇ। ਉਹਨਾਂ ਵਿੱਚ ਹਿੰਦੂ ਤੇ ਮੁਸਲਮਾਨ ਇਹ ਦੋ ਧਰਮ ਸੰਸਾਰ ਵਿੱਚ ਪ੍ਰਚਲਿਤ ਨੇ ਅਤੇ ਇਹ ਆਪਸ ਵਿੱਚ ਬੜੀ ਖਹਿਬਾਜ਼ੀ ਰੱਖਦੇ ਨੇ।
ਗੰਗਾ ਤੇ ਕਾਂਸ਼ੀ ਦੇ ਵਿੱਚ ਹਿੰਦੂਆਂ ਦੇ ਤੀਰਥ ਨੇ। ਮੱਕੇ ਦੀ ਧਰਤੀ ਤੇ ਕਾਬਾ ਇਸਲਾਮ ਦਾ ਤੀਰਥ ਹੈ। ਮੁਸਲਮਾਨ ਸੁੰਨਤ ਕਰਦੇ ਨੇ, ਹਿੰਦੂ ਤਿਲਕ ਲਾਉਂਦੇ ਨੇ, ਜੰਨੂ ਪਹਿਨਦੇ ਨੇ, ਰਾਮ ਤੇ ਰਹੀਮ ਕਹਾਉਂਦੇ ਨੇ। ਨਾਮ ਇੱਕ ਪਰਮੇਸ਼ਰ ਦਾ ਹੈ ਰਾਮ ਰਹੀਮ, ਪਰ ਦੋ ਰਾਹ ਬੁਲਾ ਲਏ ਨੇ। ਹਿੰਦੂਆਂ ਨੇ 4 ਵੇਦ ਭੁਲਾ ਦਿੱਤੇ ਨੇ, ਮੁਸਲਮਾਨਾਂ ਨੇ 4 ਕਤੇਬ ਭੁਲਾ ਦਿੱਤੇ ਨੇ। ਹਿੰਦੂਆਂ ਦੇ 4 ਵੇਦ ਨੇ, ਰਿਗ ਵੇਦ ਹੈ, ਯੁਜਰ ਵੇਦ ਹੈ, ਸ਼ਿਆਮ ਵੇਦ ਹੈ, ਅਥਰਵਣ ਵੇਦ ਹੈ। ਮੁਸਲਮਾਨਾਂ ਦੀਆਂ 4 ਕਤੇਬਾਂ ਨੇ, ਤੌਰੇਤ, ਅੰਜੀਲ, ਜੰਬੂਰ ਤੇ ਕੁਰਾਨ ਸ਼ਰੀਫ। ਇਹ ਆਪਣੇ ਗ੍ਰੰਥਾਂ ਨੂੰ ਭੁੱਲ ਕਰਕੇ ਮੋਹੇ ਲਾਲਚ ਦੁਨੀ ਸ਼ੈਤਾਨੇ ਦੁਨੀਆ ਦੇ ਲਾਲਚ ਵਿੱਚ ਮੋਹੇ ਗਏ ਨੇ ਤੇ ਸ਼ੈਤਾਨ ਬਣ ਗਏ ਨੇ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਸੱਚ ਤਾਂ ਪਾਸੇ ਰਹਿ ਗਿਆ ਜਿਸ ਦੀ ਪ੍ਰਾਪਤੀ ਕਰਨੀ ਸੀ। ਬਾਹਮਣ ਤੇ ਮੁੱਲਾ ਆਪਸ ਵਿੱਚ ਖਹਿ ਖਹਿ ਕਰਕੇ ਮਰ ਰਹੇ ਨੇ। ਸਿਰੋਂ ਨਾ ਮਿਟੇ ਆਵਣ ਜਾਣੇ, ਇਸ ਕਰਕੇ ਆਉਣਾ ਜਾਣਾ ਇਹਨਾਂ ਦੇ ਸਿਰੋਂ ਮਿਟਦਾ ਨਹੀਂ ਪਿਆ। ਦੂਜੀ ਪੌੜੀ ਵਿੱਚ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ, ਬਹੁ ਵਾਟੀ ਜਗ ਚੱਲੀਆਂ, ਤਬ ਹੀ ਭਏ ਮੁਹੰਮਦ ਯਾਰਾ। ਕਹਿੰਦੇ ਬਹੁਤ ਵਾਟਾਂ ਸੰਸਾਰ ਅੰਦਰ ਚੱਲੀਆਂ, ਉਦੋਂ ਹੀ ਮੁਹੰਮਦ ਪੈਦਾ ਹੋਇਆ ਹੈ। ਕੌਮ 72 ਸੰਗ ਕਰ, ਬਹੁ ਵਿਦ ਵੈਰ ਵਿਰੋਧ ਪਸਾਰਾ। ਕਹਿੰਦੇ ਉਸਨੇ ਕੌਮ ਨੂੰ 72 ਤੇ 73 ਹਿੱਸਿਆਂ ਵਿੱਚ ਵੰਡ ਕਰਕੇ ਆਪਸੀ ਵੈਰ ਵਿਰੋਧ ਪੈਦਾ ਕਰ ਦਿੱਤਾ। ਕਿਉਂਕਿ 72 ਫਿਰਕੇ ਇਸਲਾਮ ਦੇ ਪਹਿਲਾਂ ਸਨ, 73ਵਾਂ ਫਿਰਕਾ ਜਿਹੜਾ ਹੈ ਉਹ ਮੁਹੰਮਦ ਨੇ ਪੈਦਾ ਕਰ ਦਿੱਤਾ। ਆਪਸੀ ਬਹੁਤ ਵੈਰ ਵਿਰੋਧ ਹੈ ਕੱਲੇ ਇਸਲਾਮ ਦੇ ਵਿੱਚ। ਬਹੁਵਿਧ ਵੈਰ ਵਿਰੋਧ ਪਸਾਰਾ, ਰੋਜੇ ਈਦ ਨਮਾਜ਼ ਕਰ, ਕਰਮੀ ਬੰਦ ਕੀਆ ਸੰਸਾਰਾ। ਰੋਜੇ ਈਦ ਮਨਾਉਣੀ, ਰੋਜੇ ਰੱਖਣੇ, ਇਹਨਾਂ ਕਰਮਾਂ ਦੇ ਵਿੱਚ ਸੰਸਾਰ ਨੂੰ ਬੰਨ੍ਹਿਆ ਹੈ। ਪੀਰ ਪੈਗੰਬਰ ਔਲੀਏ ਗੌਸ, ਕੁਤਬ ਬਹੁ ਭੇਖ ਸੁਆਰਾ। ਠਾਕੁਰ ਦੁਆਰਾ ਢਾਹੇ ਕੈ, ਤਿਹ ਠੌੜੀ ਮਸੀਤ ਉਸਾਰਾ। ਹਿੰਦੂਆਂ ਦੇ ਮੰਦਰ ਢਾਹ ਕਰਕੇ ਉਹਨਾਂ ਥਾਵਾਂ ਤੇ ਮਸੀਤਾਂ ਬਣਾਈਆਂ ਗਈਆਂ। ਇਹ ਜ਼ੁਲਮ ਹੋਣ ਲੱਗ ਪਿਆ। ਠਾਕੁਰ ਦੁਆਰਾ ਢਾਹੇ ਕੈ, ਤਿਹ ਠੌੜੀ ਮਸੀਤ ਉਸਾਰਾ। ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਵਿਥਾਰਾ। ਕਹਿੰਦੇ ਗਊ ਗਰੀਬ ਨੂੰ ਮਾਰਦੇ ਨੇ, ਧਰਤੀ ਤੇ ਇਹ ਪਾਪ ਫੈਲਾਇਆ ਹੋਇਆ ਹੈ। ਕਾਫਰ ਮੁਲਹਦ ਇਨਮਨੀ, ਰੂਮੀ ਜੰਗੀ ਦੁਸ਼ਮਣ ਦਾਰਾ। ਪਾਪੀ ਦਾ ਵਰਤਾਰਾ, ਇਹ ਪਾਪ ਦਾ ਵਰਤਾਰਾ ਸੰਸਾਰ ਅੰਦਰ ਵਰਤਦਾ ਪਿਆ ਹੈ। ਇੱਕ ਪੌੜੀ ਹੋਰ ਸੁਣਾ ਦੇਵਾਂ, ਫਿਰ ਅੱਗੇ ਚੱਲਦੇ ਹਾਂ। ਭਾਈ ਸਾਹਿਬ ਜੀ ਅੱਗੇ ਲਿਖਦੇ ਨੇ, ਕਲ ਆਈ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵੰਦੇ ਉਲਟੀ ਵਾੜ, ਖੇਤ ਕਉ ਖਾਏ। ਰਾਜੇ ਪਾਪੀ ਹੋ ਗਏ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਰਾਜੇ ਸਿੰਹ ਮੁਕੱਦਮ ਕੁੱਤੇ। ਰਾਜੇ ਬਘਿਆੜ ਬਣ ਗਏ ਨੇ ਤੇ ਉਹਨਾਂ ਦੇ ਅਮੀਰ ਵਜ਼ੀਰ ਜਿਹੜੇ ਉਹ ਕੁੱਤੇ ਬਣ ਗਏ ਨੇ। ਜਿਵੇਂ ਬਘਿਆੜ ਜ਼ੁਲਮ ਕਰਦਾ ਹੈ, ਜਾਨਵਰਾਂ ਨੂੰ ਮਾਰਦਾ ਹੈ, ਤੇ ਉਹਦਾ ਬਚਿਆ ਖੁਸਿਆ ਮਾਸ ਜਿਹੜਾ ਉਹ ਕੁੱਤੇ ਖਾਂਦੇ ਨੇ। ਇਸੇ ਤਰ੍ਹਾਂ ਰਾਜੇ ਜ਼ੁਲਮ ਕਰਦੇ ਨੇ, ਜਿਹੜਾ ਉਹਨਾਂ ਤੋਂ ਬਚ ਕੁਚ ਜਾਂਦਾ ਉਹਨਾਂ ਨੂੰ ਵਜ਼ੀਰ ਮਾਰ ਲੈਂਦੇ ਨੇ। ਐਸੇ ਹਾਲਾਤ ਬਣ ਗਏ ਨੇ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸਾ ਨਾਹੀ ਕਹਿ ਚੜਿਆ। ਕਲ ਕਾਤੀ ਦਾ ਅਰਥ ਹੈ ਕਲ ਯੁੱਗ ਦਾ ਸਮਾਂ ਕੈਂਚੀ ਵਰਗਾ ਹੈ। ਰਾਜੇ ਕਾ ਸਾਈ, ਰਾਜੇ ਕਸਾਈ ਬਣ ਗਏ ਨੇ। ਧਰਮ ਪੰਖ ਕਰ ਉੱਡ ਰਿਹਾ, ਧਰਮ ਜਿਹੜਾ ਉਹ ਖੰਭ ਲਾ ਕਰਕੇ ਉੱਡ ਗਿਆ। ਕੂੜ ਅਮਾਵਸ, ਝੂਠ ਦੀ ਮੱਸਿਆ ਲੱਗੀ ਹੋਈ ਹੈ।
सच चंद्रमा सच रूपी चंद्रमा दिसै नाही कह चढ़िया। कहते दिसदा ही नहीं पिया किते चढ़िया होया। हाँ भाल विकुन्नी होई अंधेरा राहो न कोई। भाल भाल करके थक गए हैं पर हनेरे विच राह ही नहीं लभदा पिया। ऐसे हालात बन गए। राजे पापी हो गए। जिवें एक खेत की वाड़ है, आपां खेत के दुआले वाड़ करते हैं ना, आवारा पशुओं तो बचाउण वास्ते पुराने समय विच छापे आदि कंडियां दे ला दिते जांदे सन। हुण कोई तारां ला दिंदा है, कंडियालियां तारां बन गईयां समय नाल। हुण जे वाड़ रखवाली वास्ते कीती है, जे वाड़ ही खेत नूं खा जावे तो फिर कहंदे बचा कौन करेगा। इसे तरह राजे देश की वाड़ है, देश की रखवाली करन वास्ते है, पर राजे ही देश नूं मारन लग पैण ते फिर हाल की बनेगा। सतगुरां दे आउण तो पहला मुगलों का राज सी ते गुरु प्यार वालिओ मुगल राजिਆਂ ने बड़े जुल्म कीते उस समय दे विच, जिन्हां दा हवाला तवारीख गुरु खालसा दे विच बहुत विस्तार नाल मैं एक दो राजिਆਂ ਦਾ जिक्र कर देवां। इत्थे मुगल शासक मुगल राजे जिन्हां दे विचों कुतुबुद्दीन ऐबक होया है, उसने मेरठ ते कलंजर शहर दे विच हिंदुआं दे मंदिर ढा करके उन्हां थावां ते मसीतां बनाईयां। मंदिरां दा चूना बना करके मसीतां नूं लाया। कई हज़ार हिंदुआं नूं मौत दे घाट उतारिया। हिंदुआं दे बच्चे बच्चियां नूं गुलाम रखण लई बंदी बना करके गजनी भेजिया ते उथे गुलामां दी मंडी लगाई, जिसदा जी करे सस्ते भाव गुलाम खरीदे। इहो जे जुल्म अलाउद्दीन खिलजी वर्गे राजे होए, उन्होंने भी अपनी हकूमत अंदर मंदिर ढाए, मसीतां बनाईयां, हिंदुआं नूं मौत दे घाट उतारिया। जिन्हां ने इस्लाम नूं नहीं स्वीकारिया उन्हां नूं मार दिता गया है, थां थां ते कतलगाहां बनाईयां। इसी तरह अमीर तैमूर होया है, उसने अपनी हकूमत अंदर नवें तरीके नाल हिंदुआं नूं सताया, दुखी किया। उसने दीपालपुर दे विचों 5000, अयोध्या दे विचों 14000, पटनेर दे विचों 29,000, बनारस दे विचों 33,000 मुखी मुखी ब्राह्मणां नूं फड़ करके शहरां दे विच कोठियां विच बंद करके जिउंदियां नूं अग ला करके साड़िया। इहो जिहा जुल्म संसार ते होया। ये तो केवल मैं नमूना मात्र तुहाडे सन्मुख रखिया। जे बहुता विस्तार पढ़ना होवे तो तवारीख गुरु खालसा पढ़ के वेखो। ये क्यों दसिया? क्योंकि भाई साहब जी ने वचन लिखिया, राजे पाप कमावदे। राजे पाप करन लग पे, उल्टी वाड़ खेत को खाई। समझो कि उल्टी वाड़ खेत नूं खान लग पई है। गुनाह कला राजियां दा नहीं। भाई साहब कहते ने प्रजा अंधी ज्ञान बिन कूड़ कुसत मुखों अलाई। प्रजा भी अन्नी हुई ज्ञान तो बिना वो झूठ ही मुख तो बोली जाती है। जिहड़े राजे जुल्म करते उन्हां दे गुण गाई जाती है। चेले साज वजाएंदे नचन गुरु बहु विद भाई। चेले साज वजाउंदे ने, गुरु नचदे पए ने। सेवक बैठन घरां विच, सेवक घरां विच बहिंदे ने। गुरु उठ घरी तनाड़े जाई ते गुरु उन्हां दे घर विच जांदे आ, तरले मारदे। कलयुग आ गया। काजी होए रिश्वती वड्डी लैके हक गवाई। काजी जिहड़े रिश्वतखोरी वाले हो गए, वो वड्डी लै करके हक गवा दिंदे ने। इस्त्री पुरख है दाम हित भावै आए किथाऊ जाहि। इस्त्री ते पुरख दमड़ियां वास्ते माड़े तो माड़ा कर्म करन वास्ते जिथे मर्जी चले जाते हैं। वरत्या पाप सबस जग माही। भाई गुरदास जी कहते ऐसा पाप सारे जगत विच वरत्या है। जदों ऐसा पाप वरत्या धरती डावां डोल होई है।
ਕਹਿੰਦੇ ਨੇ ਧਰਤੀ ਨੇ ਜਾ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਵੀ ਇਹ ਬੋਲ ਲਿਖੇ ਨੇ ਕਿ ਧਰਤੀ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਾਪਾਂ ਨਾਲ ਮੈਲੀ ਹੋਈ ਧਰਤੀ, ਡਾਵਾਂ ਡੋਲ ਹੋਈ ਧਰਤੀ, ਅਰਦਾਸ ਕਰਦੀ ਲਿਵ ਲਾ ਕਰਕੇ ਸੱਚਾ ਵਾਹਿਗੁਰੂ ਨੇ ਕੰਨ ਦੇ ਕੇ ਉਹਦੀ ਅਰਦਾਸ ਸੁਣੀ ਹੈ ਤੇ ਸਹਿਜ ਸੁਭਾਵਕ ਉਹਨੂੰ ਧੀਰਜ ਦਿੱਤੀ ਹੈ ਕਿ ਧਰਤੀ ਤੇਰਾ ਪਾਪ ਭਾਵ ਤੇਰਾ ਭਾਰ ਦੂਰ ਕਰਨ ਵਾਸਤੇ ਹੁਣ ਸਾਨੂੰ ਆਪ ਆਉਣਾ ਪਵੇਗਾ ਸੰਸਾਰ 'ਤੇ। ਫਿਰ ਉੱਥੇ ਵਿਦਵਾਨ ਸੱਜਣ ਇਹ ਵੀ ਲਿਖਦੇ ਨੇ ਕਿ ਪਰਮੇਸ਼ਰ ਨੇ ਧਰਤੀ ਨੂੰ ਪੁੱਛਿਆ ਕਿ ਤੇਰੇ ਉੱਪਰ ਭਾਰ ਕਿਸ ਚੀਜ਼ ਦਾ, ਤੂੰ ਦੁਖੀ ਕਿਉਂ ਹੋਈ ਆ? ਤੇਰੇ ਉੱਪਰ ਜਿਹੜੇ ਅਸਮਾਨ ਨਾਲ ਛੂੰਹੇ ਹੋਏ ਪਰਬਤ ਨੇ ਉਹਨਾਂ ਪਰਬਤਾਂ ਦਾ ਭਾਰ ਹੈ। ਤੇਰੇ ਉੱਪਰ ਕਿਲੇ ਬਣੇ ਨੇ, ਘਰ-ਬਾਰ ਬਣੇ, ਉਹਨਾਂ ਦਾ ਭਾਰ ਹੈ। ਤੇਰੇ ਉੱਪਰ ਨਦੀਆਂ ਨੇ, ਦਰਿਆ ਨੇ, ਵਾਹੜੇ ਨੇ, ਨਾਲੇ ਨੇ, ਉਹਨਾਂ ਦਾ ਭਾਰ ਹੈ। ਤੇਰੇ ਉੱਪਰ ਰੁੱਖ ਨੇ, ਫਲਦਾਰ ਬੂਟੇ ਨੇ, ਉਹਨਾਂ ਦਾ ਭਾਰ ਹੈ। ਤੇਰੇ ਉੱਪਰ ਅਣਗਿਣਤ ਜੀਵ ਜੰਤੂ ਨੇ, ਮਨੁੱਖ ਨੇ, ਜਾਨਵਰ ਨੇ, ਉਹਨਾਂ ਦਾ ਭਾਰ ਹੈ। ਤਾਂ ਧਰਤੀ ਨੇ ਆਖਿਆ ਨਹੀਂ, ਇਹਨਾਂ ਦਾ ਮੈਨੂੰ ਕੋਈ ਭਾਰ ਨਹੀਂਗਾ। ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਕੀਤਾ ਕਿ ਧਰਤੀ ਨੇ ਜੋ ਜਵਾਬ ਦਿੱਤਾ, ਧਰਤੀ ਕਹਿੰਦੀ ਹੈ ਅਕਾਲ ਪੁਰਖ ਨੂੰ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ। ਤੇ ਆਖਿਆ ਫਿਰ ਭਾਰ ਕਿਹੜੀ ਚੀਜ਼ ਦਾ ਹੈ? ਤੇ ਧਰਤੀ ਨੇ ਆਖਿਆ ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ। ਅਕਿਰਤ ਘਣ ਲੋਕਾਂ ਦਾ ਭਾਰ ਹੈ ਜਿਹੜੇ ਸਾਰਿਆਂ ਤੋਂ ਮੰਦੇ ਨੇ। ਤੇ ਭਾਈ ਗੁਰਦਾਸ ਜੀ ਨੇ ਅਗਲੀ ਪੌੜੀ ਵਿੱਚ ਅਕਿਰਤ ਘਣ ਦਾ ਨਕਸ਼ਾ ਖਿੱਚਿਆ। ਭਾਈ ਸਾਹਿਬ ਲਿਖਦੇ ਨੇ ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਕਹਿੰਦੇ ਇੱਕ ਜਾਤ ਦੀ ਭੰਗਣ ਨੇ ਸ਼ਰਾਬ ਦੇ ਵਿੱਚ ਪਾ ਕਰਕੇ ਕੁੱਤੇ ਦਾ ਮਾਸ ਰਿੰਨਿਆ ਤੇ ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ। ਮਨੁੱਖ ਦੀ ਖੋਪੜੀ ਵਿੱਚ ਪਾਇਆ ਤੇ ਉਹਦੇ ਵਿੱਚੋਂ ਭੈੜੀ ਬਦਬੂ ਆਉਂਦੀ ਪਈ ਹੈ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਲਹੂ ਨਾਲ ਲਿਬੜਿਆ ਹੋਇਆ ਕੱਪੜਾ ਤੇ ਉਹਦੇ ਨਾਲ ਉਸ ਨੂੰ ਢੱਕ ਕਰਕੇ ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਜੀਵਨ ਤੋਂ ਗਿਰੀ ਹੋਈ ਉਹ ਔਰਤ ਉਸ ਨੂੰ ਢੱਕ ਕੇ ਲੈ ਚੱਲੀ ਹੈ। ਕਹਿੰਦੇ ਅੱਗੋਂ ਇੱਕ ਮਨੁੱਖ ਤੁਰਿਆ ਆਉਂਦਾ ਸੀ। ਉਹਨੇ ਪੁੱਛ ਲਿਆ ਕਿ ਭੰਗਣੇ ਕੀ ਲਈ ਜਾ ਰਹੀ? ਕਹਿਣ ਲੱਗੀ ਇਹ ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੋਇਆ ਹੈ ਤੇ ਮਨੁੱਖ ਦੀ ਖੋਪਰੀ ਵਿੱਚ ਪਾਇਆ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਜਦੋਂ ਪੁੱਛਿਆ ਤੇ ਅੱਗੋਂ ਦੱਸਿਆ ਤੇ ਉਹ ਕਹਿਣ ਲੱਗਾ ਇਹ ਤਿੰਨੇ ਚੀਜ਼ਾਂ ਮਾੜੀਆਂ, ਕੁੱਤੇ ਦਾ ਮਾਸ ਵੀ, ਸ਼ਰਾਬ ਵੀ, ਮਨੁੱਖ ਦੀ ਖੋਪਰੀ ਵੀ, ਤੇ ਮਾੜੀਆਂ ਚੀਜ਼ਾਂ ਨੂੰ ਢੱਕਣ ਦੀ ਕੀ ਲੋੜ ਹੈ? ਤੇ ਉਹ ਭੰਗਣ ਕਹਿਣ ਲੱਗੀ ਮੈਂ ਢੱਕਿਆ ਇਸ ਕਰਕੇ ਹੈ ਕਿ ਨਦਰੀ ਪਵੈ ਅਕਿਰਤ ਘਣ ਮਦ ਹੋਏ ਵਿਨਾਸ਼। ਮਦਾਂ ਕਿਤੇ ਅਕਿਰਤ ਘਣ ਬੰਦੇ ਦੀ ਨਿਗਾਹ ਇਹਦੇ ਤੇ ਪੈ ਜਾਵੇ ਤੇ ਇਹ ਹੋਰ ਪਿਟਿਆ ਜਾਵੇ। ਗੱਜ ਕਰਕੇ ਆਖੋ ਸਤਨਾਮ। ਅਕਿਰਤ ਘਣ ਮਨੁੱਖ ਇੰਨਾ ਗਿਰਿਆ ਹੋਇਆ ਹੈ, ਇੰਨਾ ਨਿਕੰਮਾ, ਇੰਨਾ ਭੈੜਾ ਹੈ। ਅਕਿਰਤ ਘਣ ਦਾ ਅਰਥ ਹੈ ਜਿਹੜਾ ਆਪਣੇ ਮਾਲਕ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ। ਤੇ ਝਾਤੀ ਆਪਾਂ ਵੀ ਮਾਰ ਲਈਏ ਕਿਤੇ, ਆਪਾਂ ਤੇ ਅਕਿਰਤ ਘਣ ਨਹੀਂ। ਜੇ ਆਪਾਂ ਗੁਰਮੁਖੋ ਗੁਰੂ ਨਾਨਕ ਦਾ ਦਰ ਛੱਡ ਕਰਕੇ ਥਾਂ ਥਾਂ ਮੱਥੇ ਟੇਕਦੇ ਹਾਂ ਤੇ ਮੁਆਫ ਕਰਿਓ, ਆਪਾਂ ਵੀ ਅਕਿਰਤ ਘਣ ਜੇ। ਇਸ ਗੱਲ ਨੂੰ ਸਮਝਣਾ ਪਵੇਗਾ। ਸੋ ਰਹੋ ਵਿਚਾਰ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਪਾਤਸ਼ਾਹ ਫਰਮਾਉਂਦੇ ਨੇ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਅਕਿਰਤ ਘਣਾ ਨੂੰ ਰੱਬ ਭੁੱਲ ਗਿਆ ਤੇ ਜੂਨਾਂ 'ਚ ਭਟਕਦੇ ਨੇ। ਵਿਸਥਾਰ ਵੱਲ ਨਾ ਜਾਵਾਂ, ਮੇਰੇ ਕੋਲ ਸਮਾਂ ਥੋੜ੍ਹਾ ਹੈ। ਕਹਿੰਦੇ ਨੇ ਧਰਤੀ ਨੇ ਆਖਿਆ ਕਿ ਮੈਨੂੰ ਅਕਿਰਤ ਘਣ ਲੋਕਾਂ ਦਾ ਭਾਰ, ਹੋਰ ਕਿਸੇ ਚੀਜ਼ ਦਾ ਭਾਰ ਨਹੀਂ। ਤੇ ਧਰਤੀ ਦੀ ਪੁਕਾਰ ਸੁਣ ਕਰਕੇ ਭਾਈ ਗੁਰਦਾਸ ਜੀ ਬਚਨ ਲਿਖਦੇ ਨੇ
ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣ ਕਰਕੇ ਨਿਰੰਕਾਰ ਨੇ ਆਪਣਾ ਸਰਗੁਣ ਸਰੂਪ ਗੁਰੂ ਨਾਨਕ ਨੂੰ ਸੰਸਾਰ ਦੇ ਅੰਦਰ ਭੇਜਿਆ ਹੈ। 1526 ਬਿਕਰਮੀ 1469 ਈਸਵੀ ਕੱਤਕ ਦੀ ਪੂਰਨਮਾਸ਼ੀ ਅੱਜ ਦੇ ਦਿਨ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਆਪਾਂ ਜਾਣਦੇ ਹਾਂ, ਉਸ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਬਾਬਾ ਕਲਿਆਣ ਦਾਸ ਪਟਵਾਰੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅੱਜ ਦੇ ਦਿਨ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਤੇ ਵਿਦਵਾਨਾਂ ਨੇ ਇੱਕ ਬਚਨ ਲਿਖਿਆ ਹੈ ਕਿ ਜਿਸ ਕਮਰੇ ਦੇ ਅੰਦਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਉੱਥੇ 2 ਦੀਵੇ ਜਗਦੇ ਸਨ, ਜਿਨ੍ਹਾਂ ਦੀਵਿਆਂ ਦੇ ਵਿੱਚ 8 ਬੱਤੀਆਂ ਪਾਈਆਂ ਹੋਈਆਂ ਸਨ। ਪੁਰਾਣਾ ਸਮਾਂ ਹੁੰਦਾ ਸੀ, ਰੌਸ਼ਨੀ ਵੱਧ ਕਰਨ ਵਾਸਤੇ ਜਾਂ ਦੀਵੇ ਵੱਧ ਜਗਾ ਲਏ ਜਾਂਦੇ ਸਨ, ਜਾਂ ਦੀਵੇ ਵੱਡੇ ਹੋਣ ਕਰਕੇ ਉਹਨਾਂ ਵਿੱਚ ਬੱਤੀਆਂ ਵੱਧ ਪਾ ਲਈਆਂ ਜਾਂਦੀਆਂ ਸਨ। ਹੁਣ ਰੌਸ਼ਨੀ ਸੀ ਦੀਵਿਆਂ ਦੀ। ਜਦੋਂ ਸਤਿਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਦੀਵਿਆਂ ਦੀ ਰੌਸ਼ਨੀ ਮੱਧਮ ਪੈ ਗਈ ਹੈ। ਧਿਆਨ ਦੇਣਾ ਸੇ ਸਭ ਤੋਂ ਪਹਿਲਾ ਦਰਸ਼ਨ ਦੌਲਤਾਂ ਦਾਈ ਨੂੰ ਹੋਇਆ ਹੈ। ਹੁਣ ਉਹ ਦਾਈ ਦੀ ਕਿਰਿਆ ਕਰ ਰਹੀ ਸੀ ਤੇ ਦਾਈ ਦਾ ਕਰਮ ਹੁੰਦਾ ਹੈ ਕਿ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਤੇ ਉਹ ਭੱਜ ਕਰਕੇ ਦੌੜ ਕਰਕੇ ਬੱਚੇ ਦੇ ਪਿਤਾ ਨੂੰ ਜਾ ਕੇ ਵਧਾਈ ਦਿੰਦੀ ਹੈ, ਕਿਉਂਕਿ ਉਹਨੇ ਕੁਝ ਲੈਣਾ ਹੁੰਦਾ ਨਾ, ਖੁਸ਼ੀ ਦੇ ਮੌਕੇ ਦਾ ਉਹਨੂੰ ਕੁਝ ਮਿਲਣਾ ਹੈ। ਜਦੋਂ ਸਤਿਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਦੌਲਤਾਂ ਦਾਈ ਦੌੜ ਕਰਕੇ ਆਈ ਤੇ ਮਹਿਤਾ ਜੀ ਦੇ ਕੋਲ ਆ ਕਰਕੇ ਕਹਿਣ ਲੱਗੀ, ਪਟਵਾਰੀ ਜੀ ਵਧਾਈਆਂ ਹੋਣ, ਤੁਹਾਡੇ ਘਰ ਵਿੱਚ ਸਾਹਿਬਜ਼ਾਦਾ ਆਇਆ ਹੈ। ਹੁਣ ਪਟਵਾਰੀ ਜੀ ਖੁਸ਼ੀ ਵਿੱਚ ਝੂਮਦੇ ਨੇ, ਜੇਬ ਵਿੱਚ ਹੱਥ ਪਾਇਆ ਉਸ ਨੂੰ ਕੁਝ ਮਾਇਆ ਦੇਣ ਵਾਸਤੇ, ਤੇ ਦੌਲਤਾਂ ਦਾਈ ਕਹਿਣ ਲੱਗੀ, ਮੈਨੂੰ ਇਹਦੀ ਲੋੜ ਨਹੀਂ, ਮੈਨੂੰ ਦੌਲਤ ਮਿਲ ਗਈ ਹੈ। ਮਹਿਤਾ ਜੀ ਕਹਿਣ ਲੱਗੇ, ਘਰ ਦਾ ਮੁਖੀ ਮੈਂ ਹਾਂ, ਮੈਂ ਹੀ ਦੇਣ ਲੈਣ ਵਾਲਾ ਹੈ, ਤੇ ਤੈਨੂੰ ਹੋਰ ਕਿਸੇ ਨੇ ਕਿਹਨੇ ਦੇ ਦਿੱਤਾ? ਦੌਲਤਾਂ ਨੇ ਆਖਿਆ, ਪਟਵਾਰੀ ਜੀ ਅੱਜ ਮੈਨੂੰ ਉਹ ਦੌਲਤ ਮਿਲ ਗਈ ਹੈ ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ। ਅੱਗੇ ਮੇਰਾ ਨਾਂ ਦੌਲਤਾਂ ਸੀ, ਅੱਜ ਮੇਰਾ ਨਾਂ ਸਫਲਾ ਹੋ ਗਿਆ। ਅੱਜ ਦੌਲਤਾਂ ਨੂੰ ਅਸਲੀ ਦੌਲਤ ਮਿਲ ਗਈ ਹੈ। ਅੱਗੇ ਤੇ ਦੌਲਤ ਲੈ ਕੇ ਵੀ ਮੈਂ ਭੁੱਖੀ ਰਹਿੰਦੀ ਸਾਂ, ਭੁੱਖ ਨਹੀਂ ਸੀ ਮਿਟਦੀ। ਅੱਜ ਉਹ ਦੌਲਤ ਮਿਲ ਗਈ ਹੈ ਜਿਹਨੇ ਸਾਰੀ ਜ਼ਿੰਦਗੀ ਦੀਆਂ ਭੁੱਖਾਂ ਦੂਰ ਕਰ ਦਿੱਤੀਆਂ। ਸਮਾਂ ਬੀਤਦਾ ਗਿਆ, ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਮਕਰਨ ਕਰਨਾ ਹੈ। ਉਸ ਵੇਲੇ ਅਜੇ ਸਿੱਖੀ ਧਰਮ ਨਹੀਂ ਚੱਲਿਆ, ਨਾਮਕਰਨ ਤੇ ਉਸੇ ਤਰੀਕੇ ਨਾਲ ਹੋਊਗਾ ਨਾ ਜਿਹੜਾ ਚੱਲਦਾ ਸੀ। ਪੰਡਤ ਹਰਦਿਆਲ ਦਾਸ ਨੂੰ ਨਾਮਕਰਨ ਵਾਸਤੇ ਸੱਦਿਆ। ਪੰਡਤ ਜਦੋਂ ਨਾਮਕਰਨ ਕਰਦੇ ਨੇ ਉਹ ਪਹਿਲਾਂ ਦਾਈ ਨੂੰ ਬੁਲਾਉਂਦੇ ਨੇ ਵੀ ਜਦੋਂ ਬੱਚੇ ਦਾ ਜਨਮ ਹੋਇਆ ਕਿਹੜਾ ਸਮਾਂ ਸੀ, ਕਿਉਂਕਿ ਉਹਨਾਂ ਸਾਰਾ ਕੁਝ ਨੋਟ ਕਰਨਾ ਹੁੰਦਾ ਹੈ। ਬੱਚੇ ਦੇ ਸਰੀਰ ਦੀ ਹਾਲਤ ਕਿਹੋ ਜਿਹੀ ਸੀ, ਰੋਇਆ ਸੀ ਜਾਂ ਚੁੱਪ ਸੀ, ਪੁੱਛਣਾ ਹੁੰਦਾ। ਦਾਈ ਨੂੰ ਬੁਲਾਇਆ ਤੇ ਪੁੱਛਿਆ ਕਿ ਜਦੋਂ ਬੱਚੇ ਦਾ ਜਨਮ ਹੋਇਆ ਹੈ ਤੇ ਬੱਚਾ ਰੋਇਆ ਸੀ ਕਿ ਜਾਂ ਬੇਸੁਰਤ ਸੀ? ਤਾਂ ਦੌਲਤਾ ਦਾਈ ਕਹਿਣ ਲੱਗੀ, ਪੰਡਤ ਜੀ ਇਹਨਾਂ ਹੱਥਾਂ ਵਿੱਚ ਲੱਖਾਂ ਬੱਚਿਆਂ ਦਾ ਜਨਮ ਹੋਇਆ ਹੈ, ਹਜ਼ਾਰਾਂ ਬੱਚਿਆਂ ਦਾ ਜਨਮ ਹੋਇਆ ਹੈ, ਪਰ ਜਿਹੋ ਜਿਹਾ ਬਾਲਕ ਇਹ ਆਇਆ, ਇਹੋ ਜਿਹਾ ਬਾਲਕ ਅਜੇ ਤੱਕ ਮੇਰੇ ਹੱਥਾਂ 'ਚ ਨਹੀਂ ਜਨਮਿਆ। ਬੱਚਾ ਜਨਮ ਲੈਂਦਾ ਹੈ, ਰੋਂਦਾ ਹੈ, ਤੇ ਕੋਈ ਬੱਚਾ ਬੇਸੁਰਤ ਹੋਵੇ ਤੇ ਨਾ ਰੋਵੇ ਉਹ ਗੱਲ ਵੱਖਰੀ, ਨਹੀਂ ਤੇ ਹਰ ਬੱਚਾ ਰੋਂਦਾ ਹੈ। ਪਰ ਇਹ ਮੈਂ ਪਹਿਲੀ ਵਾਰ ਵੇਖਿਆ ਹੈ ਕਿ ਜਿਹੜਾ ਜਨਮ ਲੈਂਦਿਆਂ ਖਿੜਖੜਾ ਕੇ ਹੱਸਿਆ ਹੈ। ਧਿਆਨ ਦੇਣਾ, ਖਿੜਖੜਾ ਕੇ ਹੱਸਿਆ ਹੈ। ਹੁਣ ਡਾਕਟਰਾਂ ਦੀ ਥਿਊਰੀ ਕਹਿੰਦੀ ਹੈ ਕਿ ਬੱਚੇ ਦੇ ਰੋਣ ਦਾ ਕਾਰਨ ਹੈ ਕਿ ਬੱਚਾ ਤੰਦਰੁਸਤ ਹੈ। ਜੇ ਨਾ ਰੋਵੇ ਤੇ ਉਹਨੂੰ ਡਾਕਟਰ ਕਹਿੰਦੇ ਤੰਦਰੁਸਤ ਨਹੀਂ। ਡਾਕਟਰਾਂ ਦੀ ਥਿਊਰੀ ਇਹ ਗੱਲ ਕਹਿੰਦੀ ਹੈ। ਪਰ ਆਪਾਂ ਇੱਕ ਬ੍ਰਹਮ ਗਿਆਨੀ ਨੂੰ ਪੁੱਛੀਏ ਹਾਂ ਵੀ ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਨੇ?
वैसे सतगुरां दा ते हुक्म है कि विवेकियां नूं पुछना चाहिए, मूर्खां नूं नहीं पुछना चाहिए। ध्यान देना की कहंदे ने सतगुरु पातशाह फरमाउंदे ने, जे को गुर ते वेमुख होवै बिन सतगुर मुक्त न पावै, पावै मुक्त न होरत है कोई, पुछो विवेकियां जाए। विवेकियां नूं पुछो जाके, ब्रह्म ਗਿਆਨੀਆਂ ਨੂੰ। ਤੇ ਆਪਾਂ ब्रह्म ਗਿਆਨੀ ਨੂੰ ਪੁੱਛਦੇ ਹਾਂ ਕਿ ਭਾਈ ਗੁਰਦਾਸ ਜੀ ਤੁਸੀਂ ਦੱਸੋ ਬੱਚਾ ਕਿਉਂ ਰੋਂਦਾ ਹੈ? ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਬੱਚਾ ਤਾਂ ਰੋਂਦਾ ਹੈ ਕਿ ਜਦੋਂ ਮਾਂ ਦੇ ਪੇਟ ਵਿੱਚ ਸੀ ਉਦੋਂ ਰੱਬ ਨਾਲ ਜੁੜਿਆ, ਜਦੋਂ ਜਨਮ ਹੋਇਆ ਤੇ ਰੱਬ ਨਾਲੋਂ ਵਿਛੜ ਗਿਆ, ਵਿਛੋੜੇ ਵਿੱਚ ਰੋਂਦਾ। ਹੁਣ ਬ੍ਰਹਮ ਗਿਆਨੀ ਦੀ ਥਿਉਰੀ ਇਹ ਹੈ ਤੇ ਹਕੀਕਤ ਹੈ ਵੀ ਇਹ ਸੀ। ਭਾਈ ਸਾਹਿਬ ਜੀ ਲਿਖਦੇ ਨੇ, ਜੰਮੇ ਸਾਈਂ ਵਸਾਰਿਆ, ਜਨਮ ਲੈਂਦਿਆਂ ਸਾਈਂ ਭੁੱਲ ਗਿਆ, ਮਾਲਕ ਭੁੱਲ ਗਿਆ, ਰੋਂਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਹੈ ਹੀ ਸਾਈਂ, ਹੈ ਹੀ ਮਾਲਕ, ਉਹਨਾਂ ਕੀ ਰੋਣਾ ਸੀ, ਖਿੜਖੜਾ ਕੇ ਹੱਸੇ। ਸੋ ਗੁਰੂ ਪਿਆਰ ਵਾਲਿਓ, ਪੰਡਤ ਜੀ ਨਾਮਕਰਨ ਕਰਨ ਵਾਸਤੇ ਆਪਣਾ ਹਿਸਾਬ ਕਿਤਾਬ ਲਾਉਂਦੇ ਨੇ। 13 ਦਿਨ ਲੰਘ ਗਏ, ਨਾਮ ਨਹੀਂ ਲੱਭਦਾ ਕੋਈ, ਕੀ ਨਾਂ ਰੱਖਾਂ। ਹਾਰ ਕੇ ਪੰਡਤ ਹਰਦਿਆਲ ਦਾਸ ਨੇ ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਇਸ ਅਵਤਾਰੀ ਬਾਲਕ ਦਾ ਮੈਨੂੰ ਨਾਂ ਨਹੀਂ ਸੁਝਦਾ ਪਿਆ, ਤੁਸੀਂ ਕਿਰਪਾ ਕਰੋ। ਕਹਿੰਦੇ ਨੇ ਉਸ ਵੇਲੇ 13ਵੇਂ ਦਿਨ ਉਸ ਨੂੰ ਨਾਂ ਸੁਝਿਆ ਤੇ ਉਹਨੇ ਨਾਂ ਰੱਖਿਆ ਨਾਨਕ ਦੇਵ। ਪਟਵਾਰੀ ਜੀ ਕਹਿਣ ਲੱਗੇ, ਪੰਡਤ ਜੀ ਇਹ ਕਿਹੋ ਜਿਹਾ ਨਾਂ ਰੱਖਿਆ ਜੀ? ਨਾ ਤਾਂ ਹਿੰਦੂਆਂ ਦਾ ਤੇ ਨਾ ਮੁਸਲਮਾਨਾਂ ਦਾ। ਪੰਡਤ ਕਹਿਣ ਲੱਗਾ, ਨਾ ਇਹ ਹਿੰਦੂ ਹੋਵੇਗਾ ਤੇ ਨਾ ਇਹ ਮੁਸਲਮਾਨ ਹੋਵੇਗਾ, ਮੁਸਲਮਾਨ ਤੇ ਹਿੰਦੂ ਦੋਵੇਂ ਇਹਨੂੰ ਪੂਜਣਗੇ। ਇਹ ਬਚਨ ਕਹਿ ਦਿੱਤੇ। ਸਮਾਂ ਬੀਤਦਾ ਗਿਆ, 1.5 ਮਹੀਨੇ ਦੀ ਉਮਰ ਹੋਈ ਤੇ ਸਾਰਿਆਂ ਨੂੰ ਖੁਸ਼ ਹੋ ਕਰਕੇ ਮਿਲਦੇ, ਖੁਸ਼ੀਆਂ ਦਿੰਦੇ ਨੇ। ਪਿੰਡ ਵਿੱਚ ਚਰਚਾ ਹੈ ਕਿ ਪਟਵਾਰੀ ਦਾ ਲੜਕਾ ਖੁਸ਼ੀਆਂ ਵੰਡਦਾ ਪਿਆ ਹੈ। ਜਿਸ ਕਾਰਜ ਵਾਸਤੇ ਮਹਾਰਾਜਾ ਆਏ ਉਹ ਸ਼ੁਰੂ ਹੋ ਗਿਆ। 7 ਮਹੀਨਿਆਂ ਦੀ ਉਮਰ ਹੋਈ ਤੇ ਚੌਂਕੜਾ ਮਾਰ ਕਰਕੇ ਬੈਠਦੇ ਨੇ। ਮਾਂ ਬਾਪ ਨੂੰ ਫਿਕਰ ਪੈ ਗਿਆ ਵੀ ਕਿਤੇ ਲੱਤਾਂ ਨਾ ਵਿੰਗੀਆਂ ਹੋ ਜਾਣ। ਮਾਂ ਲੱਤਾਂ ਖਿੱਚ ਕਰਕੇ ਸਿੱਧੀਆਂ ਕਰਦੀ ਹੈ, ਜਿੰਨਾ ਚਿਰ ਪਕੜ ਕੇ ਰੱਖਦੇ ਉਹਨਾਂ ਚਿਰ ਲੱਤਾਂ ਸਿੱਧੀਆਂ, ਜਦੋਂ ਛੱਡਦੇ ਨੇ ਫਿਰ ਚੌਂਕੜਾ ਵੱਜ ਜਾਂਦਾ ਹੈ। ਪਰ ਉਹ ਕੀ ਸਮਝਣ, ਸਤਿਗੁਰੂ ਪਾਤਸ਼ਾਹ ਤੇ ਸਮਝਾ ਰਹੇ ਸੀ ਬਿਨਾਂ ਬੋਲਣ ਤੋਂ ਕਿ ਅਸੀਂ ਤਾਂ ਚੌਂਕੜੇ ਮਾਰਨੇ ਨੇ ਤੇ ਚੌਂਕੜੇ ਮਰਾਉਣੇ ਆ। ਭਾਵ ਬੰਦਗੀ ਵਿੱਚ ਆਪ ਜੁੜਨਾ ਤੇ ਦੁਨੀਆ ਨੂੰ ਜੋੜਨਾ। 8 ਮਹੀਨਿਆਂ ਦੀ ਉਮਰ ਹੋਈ ਤੇ ਅੰਮ੍ਰਿਤ ਵੇਲੇ ਜਾਗਦੇ ਰਹਿਣਾ, ਸੌਣਾ ਹੀ ਨਾ। ਅਬੋਲ ਅਵਸਥਾ ਵਿੱਚ ਦੱਸਦੇ ਪਏ ਨੇ ਮਾਂ ਬਾਪ ਨੂੰ ਕਿ ਇਹ ਸਮਾਂ ਸੌਣ ਦਾ ਨਹੀਂ। ਭਾਵੇਂ ਸਾਡੇ ਵਿਦਵਾਨ ਕਹਿੰਦੇ ਵੀ ਸੈੱਲ ਚਾਰਜ ਕਰੋ, ਪਰ ਸਤਿਗੁਰੂ ਪਾਤਸ਼ਾਹ ਦੱਸਦੇ ਪਏ ਨੇ ਇਹ ਸਮਾਂ ਸੌਣ ਦਾ ਨਹੀਂਗਾ, ਕਿਉਂਕਿ ਜੇ ਬੱਚਾ ਜਾਗੂ ਅੰਮ੍ਰਿਤ ਵੇਲੇ ਤੇ ਮਾਂ ਬਾਪ ਨੂੰ ਵੀ ਜਾਗਣਾ ਪੈਂਦਾ। 1.5 ਸਾਲ ਦੀ ਉਮਰ ਹੋਈ ਤੇ ਗੁਰੂ ਪਿਆਰ ਵਾਲਿਓ, ਜਦੋਂ ਬੱਚਾ ਬੋਲਦਾ ਹੈ, ਆਪਣੇ ਘਰਾਂ 'ਚ ਬੱਚੇ ਹੈ, ਜਦੋਂ ਪਹਿਲਾ ਸ਼ਬਦ ਬੋਲਦਾ, ਚਾਚਾ, ਤਾਇਆ, ਮਾਮਾ, ਕੋਈ ਨਾ ਕੋਈ ਸ਼ਬਦ ਬੋਲਦਾ, ਕੁੱਤੇ ਬਿੱਲੇ ਦਾ ਨਾਮ ਵੀ ਲੈ ਲੈਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਪਹਿਲਾ ਸ਼ਬਦ ਬੋਲਿਆ ਤੇ ਉਹ ਸ਼ਬਦ ਕੀ ਨਿਕਲਿਆ ਹੈ, ਇਤਿਹਾਸਕਾਰ ਲਿਖਦੇ ਨੇ ਕਿ ਪਹਿਲਾ ਸ਼ਬਦ ਗੁਰੂ ਨਾਨਕ ਦੀ ਰਸਨਾ ਤੋਂ ਨਿਕਲਿਆ ਵਾਹਿਗੁਰੂ। ਵਾਹਿਗੁਰੂ ਸ਼ਬਦ ਉਚਾਰਨ ਹੋਇਆ। ਸਮਾਂ ਬੀਤਦਾ ਗਿਆ, ਵਿਸਥਾਰ ਵੱਲ ਨਾ ਜਾਵਾਂ। 3 ਸਾਲ ਦੀ ਉਮਰ ਹੋਈ ਤੇ ਬੈਠੇ ਹੋਏ ਨੇ ਮੌਜ ਵਿੱਚ। ਮਾਂ ਬਾਪ ਕੋਲ ਆਏ ਤੇ ਕਹਿੰਦੇ, ਪੁੱਤਰ ਜੀ ਕੀ ਕਰ ਰਹੇ ਹੋ? ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤਾਂ ਚਤਰ ਸਲੋਕੀ ਗੀਤਾ ਦੇ ਅਰਥ ਕਰਕੇ ਸੁਣਾ ਰਹੇ ਹਾਂ। ਕਹਿੰਦੇ ਜੀ ਕਿਹਨਾਂ ਨੂੰ ਸੁਣਾ ਰਹੇ? ਮਾਰੇ ਕਹਿੰਦੇ ਆਵੇ ਦੇਵਤਿਆਂ ਨੂੰ ਸੁਣਾ ਰਹੇ। ਕਹਿੰਦੇ ਜੀ ਸਾਨੂੰ ਤਾਂ ਨਜ਼ਰ ਨਹੀਂ ਆਉਂਦੇ। ਮਹਾਰਾਜ ਕਹਿੰਦੇ ਅੱਖਾਂ ਬੰਦ ਕਰੋ। ਮਾਂ ਬਾਪ ਨੇ ਅੱਖਾਂ ਬੰਦ ਕੀਤੀਆਂ। ਮਹਾਰਾਜ ਕਹਿੰਦੇ ਖੋਲੋ। ਖੋਲੀਆਂ ਤੇ ਸਾਹਮਣੇ ਸਾਰੇ ਦੇਵਤੇ ਬੈਠੇ ਹੋਏ ਸੁਣਦੇ ਪਏ। ਸਮਾਂ ਬੀਤਦਾ ਗਿਆ। ਜਿਵੇਂ ਬੱਚਾ ਪੜ੍ਹਨ ਦੇ ਲਾਇਕ ਹੁੰਦਾ ਤੇ ਉਹਨੂੰ ਪੜ੍ਹਨ ਪਾਉਂਦਾ ਹਰ ਕੋਈ ਮਾਂ ਬਾਪ। ਤੇ ਜਿਹੜਾ ਮਾਂ ਬਾਪ ਪੜ੍ਹਿਆ ਹੋਵੇ ਉਹ ਖਾਸ ਕਰਕੇ ਸੋਚਦਾ ਕਿ ਮੈਂ ਬੱਚੇ ਨੂੰ ਪੜ੍ਹਾਵਾਂ। ਪਟਵਾਰੀ ਜੀ ਹੁਣ ਪੜ੍ਹੇ ਲਿਖੇ ਸਨ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ। ਉਹਨਾਂ ਦੀ ਸੋਚ ਸੀ ਕਿ ਇਹਨਾਂ ਨੂੰ
ਪੜ੍ਹਨੇ ਪਾਇਆ ਜਾਵੇ ਤਾਂ ਕਿ ਇਹ ਵੀ ਵੱਡੇ ਹੋ ਕਰਕੇ ਮੇਰੇ ਵਾਂਗੂ ਪਟਵਾਰੀ ਦੀ ਨੌਕਰੀ ਕਰਨ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਨ ਵਾਸਤੇ ਬ੍ਰਿਜਨਾਥ ਪੰਡਤ ਦੇ ਕੋਲ ਲੈ ਕਰਕੇ ਆਏ ਨੇ। ਬ੍ਰਿਜਨਾਥ ਪੰਡਤ ਦੇ ਕੋਲ ਇੱਕ ਦਸਤਾਰ ਭੇਟਾ ਕੀਤੀ, ਗੁੜ ਦੀ ਰੋੜੀ ਦਿੱਤੀ, ਆਖਿਆ ਪੰਡਤ ਜੀ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਇਓ। ਪਹਿਲੇ ਦਿਨ ਕਲਾਸ ਵਿੱਚ ਬੈਠੇ ਨੇ ਧੰਨ ਗੁਰੂ ਨਾਨਕ ਸਾਹਿਬ। ਪਹਿਲੇ ਦਿਨ ਟੀਚਰ ਕੁਝ ਨਹੀਂ ਕਹਿੰਦਾ ਵੀ ਨਵਾਂ ਬੱਚਾ ਆਇਆ। ਅਗਲਾ ਦਿਨ ਹੋਇਆ ਤੇ ਹੱਥ ਵਿੱਚ ਫੱਟੀ ਫੜਾ ਦਿੱਤੀ। ਫੱਟੀ ਪੁਰਾਣੇ ਸਮੇਂ ਵਿੱਚ ਫੱਟੀ ਤੇ ਪੜ੍ਹਾਈ ਹੁੰਦੀ ਸੀ। ਇਹ ਕੋਈ ਬਹੁਤਾ ਲੰਮਾ ਚੌੜਾ ਸਮਾਂ ਨਹੀਂ, ਆ ਥੋੜਾ ਸਮਾਂ ਹੀ 15 ਕੁ ਸਾਲ 20 ਸਾਲ ਹੋਏ ਹੋਣਗੇ, ਪਹਿਲਾਂ ਫੱਟੀਆਂ ਤੇ ਪੜ੍ਹਾਈ ਹੁੰਦੀ ਸੀ। ਗਾਚਣੀ ਨਾਲ ਫੱਟੀਆਂ ਪੋਚ ਲੈਣੀਆਂ ਲੱਕੜ ਦੀਆਂ, ਕਾਨੇ ਦੀ ਕਲਮ ਹੋਣੀ, ਸ਼ਾਹੀ ਲਾ ਲਾ ਕਰਕੇ ਲਿਖਣੇ ਅੱਖਰ। ਫੱਟੀ ਹੱਥ ਵਿੱਚ ਫੜਾ ਦਿੱਤੀ ਤੇ ਕਹਿਣ ਲੱਗੇ ਨਾਨਕ ਜੀ ਲਿਖੋ। ਹੱਥ ਫੜ ਲਿਆ, ਲਿਖੋ। ਪਹਿਲਾਂ ਤੇ ਹੱਥ ਫੜ ਕੇ ਲਿਖਾਉਣਾ ਪੈਂਦਾ। ਸਤਿਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੰਡਤ ਜੀ ਇਹ ਜਿਹੜੇ ਅੱਖਰ ਲਿਖਾਉਣ ਲੱਗੇ ਜੇ ਇਹਨਾਂ ਦਾ ਕੋਈ ਮਤਲਬ ਹੈ? ਪੰਡਤ ਕਹਿਣ ਲੱਗਾ ਵੀ ਇਕੱਲੇ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ, 2 ਅੱਖਰ ਜੁੜਨਗੇ ਫਿਰ ਉਹਦਾ ਮਤਲਬ ਬਣੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਅੱਖਰ ਦਾ ਮਤਲਬ ਕੋਈ ਨਹੀਂ, ਮੀਨਿੰਗ ਕੋਈ ਨਹੀਂ, ਉਹ ਅੱਖਰ ਪੜ੍ਹ ਕੇ ਕੀ ਲੈਣਾ ਹੈ? ਪਾਂਦਾ ਥੋੜਾ ਜਿਹਾ ਖਿਜਿਆ, ਕਹਿਣ ਲੱਗਾ ਤੁਹਾਨੂੰ ਅੱਖਰ ਆਉਂਦੇ ਕੋਈ ਜਿਨ੍ਹਾਂ ਦਾ ਅਰਥ ਮੀਨਿੰਗ ਹੋਵੇ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਾਂ ਸਾਨੂੰ ਆਉਂਦੇ ਨੇ। ਤਾਂ ਊੜੇ ਐੜੇ ਦੀ 35 ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 432 ਅੰਗ ਤੇ ਸਤਿਗੁਰਾਂ ਦੀ ਉਹ ਬਾਣੀ ਲਿਖੀ ਮਿਲਦੀ ਹੈ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ, ਨਾਮ ਹੀ ਮਹਾਰਾਜ ਨੇ ਪੱਟੀ ਲਿਖੀ ਰੱਖਿਆ, ਫੱਟੀ ਦੇ ਅੱਖਰ ਲਿਖੇ। ਤੇ ਪਾਤਸ਼ਾਹ ਨੇ ਕੱਲੇ ਕੱਲੇ ਅੱਖਰ ਦੁਆਰਾ ਸਮਝਾਇਆ ਵੀ ਕੀ ਮਤਲਬ ਨਿਕਲਦਾ ਹੈ। ਕਿ ਸੰਸਕ੍ਰਿਤ ਦੇ ਅੱਖਰ ਜਿਵੇਂ ਅੱਗੇ ਪਿੱਛੇ ਹੁੰਦੇ ਉਸੇ ਤਰ੍ਹਾਂ ਹੀ ਮਹਾਰਾਜ ਨੇ ਪੰਜਾਬੀ ਦੇ ਅੱਖਰ ਅੱਗੇ ਪਿੱਛੇ ਉਚਾਰੇ ਨੇ। ਉੱਥੇ ਬਾਅਦ ਵਿੱਚ ਉਹਨਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਤਰਤੀਬ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਨੇ ਬਚਨ ਉਚਾਰੇ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ। ਵੀਰਾ ਅਗਲਾ ਬਚਨ ਹੈ, ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵ ਹੈ, ਵੀਰਾ ਤਉ ਪੜਿਆ ਰਹਾਉ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨ ਹੋਈ। ਊੜਾ ਉਪਮਾ ਤਾ ਕੀ ਕੀਜੈ ਜਾ ਕਾ ਅੰਤ ਨ ਪਾਇਆ, ਸੇਵਾ ਕਰਹਿ ਸਹੀ ਫਲ ਪਾਵੈ ਜਿਨੀ ਸੱਚ ਕਮਾਇਆ। ਗੰਗੈ ਗਿਆਨ ਜੇ ਬੂਝੈ ਕੋਈ ਪੜਿਆ ਪੰਡਤ ਸੋਈ, ਸਰਬ ਜੀਆਂ ਮਹਿ ਏਕੋ ਜਾਣੈ ਤਾਂ ਹਉਮੈ ਕਹੈ ਨ ਕੋਈ। ਇਹ ਮੈਂ ਕੁਝ ਅੱਖਰ ਤੁਹਾਡੇ ਸਨਮੁਖ ਰੱਖੇ। ਮਹਾਰਾਜ ਕਹਿੰਦੇ ਪੰਡਤ ਜੀ ਸੱਸਾ ਕਹਿੰਦਾ ਹੈ ਕਿ ਜਿਨੇ ਸ੍ਰਿਸ਼ਟੀ ਸਾਜੀ, ਦਾਤਾ ਵੀ ਉਹੀ ਸਾਰਿਆਂ ਦਾ, ਉਹੀ ਮਾਲਕ ਸਾਰਿਆਂ ਦਾ। ਈੜੀ ਕਹਿੰਦੀ ਹੈ ਕਿ ਉਹ ਸਾਰਿਆਂ ਦਾ ਦਾਤਾ, ਉਹ ਸੱਚਾ ਹੈ। ਇਹਨਾਂ ਅੱਖਰਾਂ ਦੇ ਰਾਹੀਂ ਜਿਹੜਾ ਉਹਨੂੰ ਸਮਝ ਲਵੇ ਉਹਦੇ ਸਿਰ ਤੇ ਲੇਖਾ ਨਹੀਂ ਰਹਿੰਦਾ। ਊੜਾ ਕਹਿੰਦਾ ਉਹਦੀ ਉਪਮਾ ਕਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਗੰਗਾ ਕਹਿੰਦਾ ਜੇ ਕੋਈ ਉਹਦੇ ਗਿਆਨ ਨੂੰ ਸਮਝ ਲਵੇ, ਅਸਲ ਵਿੱਚ ਪੜ੍ਹਿਆ ਉਹੀ ਹੈ। ਸਾਰਿਆਂ ਜੀਵਾਂ ਦੇ ਇੱਕ ਨੂੰ ਜਾਣ ਲਵੇ ਤੇ ਉਹ ਕਦੇ ਹਉਮੈ ਦੀ ਗੱਲ ਨਹੀਂ ਕਰੇਗਾ। ਮੈਂ ਕਈ ਵਾਰ ਹੈਰਾਨ ਹੁੰਦਾ ਹੈ, ਸਕੂਲਾਂ 'ਚ ਤੁਸੀਂ ਵੀ ਪੜ੍ਹੇ ਆ ਤੇ ਮੈਂ ਵੀ ਪੜ੍ਹਿਆ, ਤੁਹਾਡੇ ਵਿੱਚੋਂ ਕੁਝ ਬੱਚੇ ਪੜ੍ਹਦੇ ਵੀ ਹੋਣਗੇ ਜੀ। ਤੇ ਗੁਰੂ ਪਿਆਰ ਵਾਲਿਓ, ਸਾਨੂੰ ਜਦੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਤੇ ਇੱਕ ਬਚਨ ਕਿਹਾ ਜਾਂਦਾ ਹੈ, ਗੰਗਾ ਖਾਲੀ ਹੈ, ਨੰਨਾ ਖਾਲੀ ਹੈ, ਨਾੜਾ ਖਾਲੀ ਹੈ ਤੇ ਅੜਾੜਾ ਖਾਲੀ ਹੈ। ਮੈਂ ਬੜਾ ਹੈਰਾਨ ਹੁੰਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਨੇ ਇਹ ਅੱਖਰ ਫਾਲਤੂ ਉਚਾਰੇ। ਜੇ ਤਾਂ ਇਹਨਾਂ ਦਾ ਮਤਲਬ ਕੋਈ ਨਹੀਂ, ਇਹ ਖਾਲੀ ਹੈ, ਤੇ ਫਿਰ ਤਾਂ ਗੁਰੂ ਨਾਨਕ ਨੂੰ ਉਚਾਰਨ ਦੀ ਲੋੜ ਨਹੀਂ। ਇਹੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਪੰਡਤ ਨੂੰ ਕਹੀ ਹੈ ਕਿ ਜਿਨ੍ਹਾਂ ਅੱਖਰਾਂ ਦਾ ਮਤਲਬ ਕੋਈ ਨਹੀਂ, ਉਹਨਾਂ ਅੱਖਰਾਂ ਨੂੰ ਪੜ੍ਹਨ ਦੀ ਕੀ ਲੋੜ ਹੈ। ਪਰ ਅੱਜ ਅਸੀਂ ਇਹ ਇਸ ਤਰ੍ਹਾਂ ਪੜ੍ਹਦੇ, ਹੈਰਾਨਗੀ ਹੁੰਦੀ ਹੈ। ਪਰ ਗੁਰਬਾਣੀ ਦੇ ਵਿੱਚ ਕੋਈ ਅੱਖਰ ਖਾਲੀ ਨਹੀਂ ਲਿਖਿਆ। ਗੰਗੇ ਦਾ ਮਤਲਬ ਲਿਖਿਆ, ਨਾਣੇ ਦਾ ਮਤਲਬ ਲਿਖਿਆ ਹੈ,
ਅੜਾੜੇ ਦਾ ਮਤਲਬ ਲਿਖਿਆ ਹੋਇਆ, ñඤੇ ਦਾ ਵੀ ਅਰਥ ਲਿਖਿਆ ਹੋਇਆ, ਕੋਈ ਖਾਲੀ ਨਹੀਂ ਗਾ। ਇਹ ਤਾਂ ਸਕੂਲਾਂ ਵਾਲਿਆਂ ਨੇ ਬਣਾ ਲਿਆ ਗੱਲ ਵੱਖਰੀ, ਪਰ ਹੈ ਗੁਰਮਤਿ ਉਲਟ ਜੇ, ਧਿਆਨ ਦੇਣਾ। ਇਸ ਤਰ੍ਹਾਂ ਬ੍ਰਿਜਨਾਥ ਪੰਡਤ ਨੂੰ ਨਿਹਾਲ ਕੀਤਾ ਤੇ ਬ੍ਰਿਜਨਾਥ ਪੰਡਤ ਸਤਿਗੁਰਾਂ ਦੇ ਚਰਨੀ ਪਿਆ। ਅਗਲੇ ਦਿਨ ਬਾਬਾ ਕਲਿਆਣ ਦਾਸ ਜੀ ਗਏ ਤੇ ਬ੍ਰਿਜਨਾਥ ਨੇ ਹੱਥ ਜੋੜ ਦਿੱਤੇ, ਪਟਵਾਰੀ ਜੀ ਇਹ ਤੁਹਾਡਾ ਬੱਚਾ ਕੋਈ ਆਮ ਬੱਚਾ ਨਹੀਂ, ਇਹ ਪਰਮੇਸ਼ਰ ਦਾ ਅਵਤਾਰ, ਇਹਨੂੰ ਕੋਈ ਨਹੀਂ ਪੜ੍ਹਾ ਸਕਦਾ। ਪਰ ਬਾਬੇ ਪਟਵਾਰੀ ਨੇ ਮਨ ਤੇ ਇਹ ਭਾਵਨਾ ਨਹੀਂ ਬਣੀ। ਬੱਚਾ ਸਮਝਿਆ ਜਿਵੇਂ ਆਪਾਂ ਸਮਝਦੇ ਹਾਂ ਵੀ ਇੱਕ ਸਕੂਲ ਵਿੱਚ ਸਾਡਾ ਬੱਚਾ ਨਹੀਂ ਪੜ੍ਹਿਆ, ਚਲੋ ਇਹਦਾ ਸਕੂਲ ਬਦਲ ਦਿੰਦੇ ਆ, ਸ਼ਾਇਦ ਪੜ੍ਹ ਜਾਵੇਗਾ। ਬਾਬੇ ਕਲਿਆਣ ਦਾਸ ਜੀ ਨੇ ਬਾਂਹ ਬੜੀ ਗੁਰੂ ਨਾਨਕ ਸਾਹਿਬ ਦੀ, ਤੇ ਦੂਜੇ ਪਾਠਸ਼ਾਲਾ ਦੇ ਵਿੱਚ ਗੋਪਾਲ ਦਾਸ ਪਾਂਧੇ ਕੋਲ ਲੈ ਆਇਆ। ਗੋਪਾਲ ਦਾਸ ਪਾਂਧੇ ਦੇ ਕੋਲ ਕਲਾਸ ਵਿੱਚ ਬਿਠਾਇਆ ਤੇ ਆਖਿਆ, ਪਾਂਧਾ ਜੀ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾਇਓ। ਅਗਲੇ ਦਿਨ ਪਾਂਧਾ ਪੜ੍ਹਾਉਣ ਲੱਗਾ। ਸਤਿਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਾਂਧਾ ਜੀ ਜਿਹੜੀ ਪੜ੍ਹਾਈ ਪੜ੍ਹਾਉਣ ਲੱਗੇ ਹੋ, ਇਹ ਪੜ੍ਹਾਈ ਫਾਹੇ ਕੱਟਦੀ ਹੈ ਕਿ ਜਾਂ ਫਾਹੇ ਪਾਉਂਦੀ ਹੈ? ਤੇ ਪਾਂਧਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਨੂੰ ਤਾਂ ਹੋਰ ਕੋਈ ਪੜ੍ਹਾਈ ਨਹੀਂ ਆਉਂਦੀ ਤੇ ਨਾ ਮੈਨੂੰ ਇਸ ਗੱਲ ਦਾ ਪਤਾ ਹੈ। ਜੇ ਤੁਹਾਡੇ ਕੋਲ ਐਸੀ ਕੋਈ ਪੜ੍ਹਾਈ ਹੈ ਫਾਹੇ ਕੱਟਣ ਵਾਲੀ ਤੇ ਮੈਨੂੰ ਵੀ ਸੁਣਾ ਦਿਓ। ਤਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਜੋ ਸ੍ਰੀ ਰਾਗ ਅੰਦਰ 16 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ, ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਮਹਾਰਾਜ ਕਹਿੰਦੇ, ਪਾਂਧਾ ਜੀ ਜੇ ਫਾਹੇ ਕੱਟਣੇ ਆ ਤੇ ਆ ਪੜ੍ਹਾਈ ਪੜ੍ਹੋ। ਜਾਲ ਮੋਹ, ਮੋਹ ਸਾੜ ਦੇ, ਘਸ ਮਸ ਕਰ ਉਹਨੂੰ ਘਸਾ ਕਰਕੇ ਉਹਦੀ ਸ਼ਾਹੀ ਬਣਾ, ਮਤ ਕਾਗਦ ਕਰ ਸਾਰ ਆਪਣੀ ਮਤ ਨੂੰ ਸ੍ਰੇਸ਼ਟ ਕਾਗਜ਼ ਬਣਾ ਲੈ, ਭਾਉ ਕਲਮ ਪ੍ਰੇਮ ਦੀ ਕਲਮ ਬਣਾ, ਚਿਤ ਲਿਖਾਰੀ ਚਿਤ ਨੂੰ ਲਿਖਾਰੀ ਲਾ, ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕਰਕੇ ਵਿਚਾਰ ਕਰਕੇ ਲਿਖਣਾ ਕਰ। ਕੀ ਲਿਖਣਾ ਹੈ? ਲਿਖ ਨਾਮ, ਪਰਮੇਸ਼ਰ ਦਾ ਨਾਮ ਲਿਖ ਆਪਣੀ ਮਤ ਰੂਪੀ ਕਾਗਜ਼ ਤੇ। ਸਲਾਹ ਲਿਖ, ਉਹਦੀ ਸਿਫਤ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ ਲਿਖ, ਇਹ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਬਾਬਾ ਇਹੋ ਲੇਖਾ ਲਿਖ ਜਾਣ। ਇਹ ਪਾਂਧਾ ਜੀ ਜੇ ਕਿਤੇ ਇਹ ਲੇਖਾ ਲਿਖਣਾ ਜਾਣ ਲਵੋ, ਜਿੱਥਾ ਲੇਖਾ ਮੰਗੀ ਹੈ, ਜਿੱਥੇ ਰੱਬ ਦੀ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਹੈ, ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਸੱਚਾ ਨਿਸ਼ਾਨਾ ਸੱਚਾ ਪਰਵਾਨਾ ਹੋਵੇਗਾ, ਉੱਥੇ ਤੈਨੂੰ ਲੇਖਾ ਨਹੀਂ ਦੇਣਾ ਪਵੇਗਾ। ਜਦੋਂ ਐਸੇ ਬਚਨ ਧੰਨ ਗੁਰੂ ਨਾਨਕ ਸਾਹਿਬ ਨੇ ਕਹੇ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਵਿੱਚ ਬੜੇ ਸੁੰਦਰ ਬਚਨ ਲਿਖਦੇ ਨੇ। ਉਹ ਲਿਖਦੇ ਨੇ, ਸੁਣ ਪਾਂਧਾ ਪਾਇਣ ਪਰਾ, ਹਉ ਸੰਬੰਧ ਮਤ ਮੰਦ, ਤੁਵਗਤ ਲਖੀ ਨਾ ਜਾਵਹੀ, ਭਾ ਅਵਤਾਰ ਮੁਕੰਦ। ਸੁਣ ਕਰਕੇ ਪਾਂਧਾ ਗੁਰੂ ਨਾਨਕ ਦੇ ਚਰਨੀ ਪੈ ਗਿਆ। ਸੱਚੇ ਪਾਤਸ਼ਾਹ ਮੇਰੀ ਮਤ ਮੰਦੀ ਹੈ, ਮੰਦੇ ਵਿਚਾਰਾਂ ਨਾਲ ਮੇਰਾ ਸੰਬੰਧ ਬਣਿਆ ਹੋਇਆ, ਤੇਰੀ ਗਤ ਜਾਣੀ ਨਹੀਂ ਜਾ ਸਕਦੀ, ਤੁਸੀਂ ਤਾਂ ਮੁਕਤੀ ਦਾਤੇ ਪਰਮੇਸ਼ਰ ਦਾ ਅਵਤਾਰ ਹੋ। ਅਗਲਾ ਦਿਨ ਹੋਇਆ ਤੇ ਬਾਬਾ ਕਾਲੂ ਜੀ ਉੱਠੇ ਨੇ, ਸਕੂਲ ਦਾ ਟਾਈਮ ਹੋਇਆ ਤੇ ਬਾਹੋਂ ਫੜਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਕਹਿੰਦੇ ਨੇ, ਉਠ ਕਾਲੂ ਗਹਿ ਨਿਜ ਹਾਥਾ, ਲੈ ਚਟਸਾਰ ਚਲਿਓ ਨਿਜ ਸਾਥਾ, ਪਾਂਧੇ ਸੋ ਬੋਲਿਓ ਹਿਤ ਕਰਕੇ, ਦੇਹੋ ਪੜ੍ਹਾਏ ਹਿਰਦੈ ਰੁਚ ਕਰਕੇ। ਬਾਹੋਂ ਫੜਿਆ ਤੇ ਅਗਲੇ ਦਿਨ ਪਾਂਧੇ ਗੋਪਾਲ ਦਾਸ ਕੋਲ ਲੈ ਕੇ ਆਇਆ ਤੇ ਪਿਆਰ ਨਾਲ ਬੋਲਿਆ ਕਿ ਪਾਂਧਾ ਜੀ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਪੜ੍ਹਾ ਦਿਓ। ਤੇ ਅੱਗੋਂ ਪਾਂਧੇ ਗੋਪਾਲ ਦਾਸ ਨੇ ਕੀ ਆਖਿਆ? ਕਵੀ ਜੀ ਬੜੇ ਸੋਹਣੇ ਬਚਨ ਲਿਖਦੇ ਨੇ। ਅੱਗੋਂ ਪਾਂਧੇ ਨੇ ਆਖਿਆ, ਪਟਵਾਰੀ ਜੀ ਇਸ ਤੇ ਅਦਕ ਜੋ ਹੋਏ ਪੜ੍ਹਾਵੈ, ਜਗਤ ਮਾਹੇ ਸਮ ਕੋ ਨ ਦਸਾਵੈ। ਪਾਂਧਾ ਕਹਿਣ ਲੱਗਾ, ਪਟਵਾਰੀ ਜੀ ਇਹਦੇ ਨਾਲੋਂ ਕੋਈ ਅੱਗੇ ਹੋਵੇ ਤੇ ਉਹ ਇਹਨੂੰ ਪੜ੍ਹਾ ਸਕਦਾ ਹੈ।
ਵੀ ਜਿਹੜਾ ਇਹਦੇ ਤੋਂ ਅੱਗੇ ਹੋਵੇ, ਵੱਡਾ ਹੋਵੇ, ਉਹੀ ਪੜ੍ਹਾਊਗਾ ਨਾ। ਜਗਤ ਮਾਹੇ ਸਮ ਕੋ ਨਾ ਦਸਾਵੈ, ਜਗਤ ਦੇ ਵਿੱਚ ਮੈਨੂੰ ਇਹਦੇ ਵਰਗਾ ਕੋਈ ਦਿਸਦਾ ਨਹੀਂ ਪਿਆ। ਫਿਰ ਅਗਲਾ ਬਚਨ ਕਿਹਾ ਪਾਂਧੇ ਗੋਪਾਲ ਦਾਸ ਨੇ ਆਖਿਆ, ਪਟਵਾਰੀ ਜੀ ਸੁਤ ਕੋ ਸੁਤ ਨਹਿ ਜਾਨੀਓ, ਹੈ ਕਿਹ ਕੋ ਅਵਤਾਰ, ਬਿਨਾ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣਹਾਰ। ਇਹਨੂੰ ਪੁੱਤਰ ਨੂੰ ਪੁੱਤਰ ਨਾ ਜਾਣ, ਇਹ ਪਰਮੇਸ਼ਰ ਦਾ ਅਵਤਾਰ ਹੈ ਤੇ ਬਿਨਾ ਪੜ੍ਹਾਇਆ ਤੋਂ ਪੜ੍ਹਿਆ ਹੋਇਆ ਤੇ ਹੋਰਨਾਂ ਨੂੰ ਪੜ੍ਹਾਉਣ ਵਾਲਾ ਹੈ। ਅਗਲਾ ਬਚਨ ਕਿਹਾ, ਇਹਨ ਪੜ੍ਹਨੇ ਕੇ ਪਰੋ ਨਾ ਖਿਆਲੇ, ਇਹ ਕਰਤਾ ਵਿਦਿਆ ਕੇ ਜਾਲੇ। ਪਟਵਾਰੀ ਜੀ ਇਹਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਏ, ਇਹ ਤਾਂ ਸਾਰੀਆਂ ਵਿਦਿਆ ਨੂੰ ਪੈਦਾ ਕਰਨ ਵਾਲਾ, ਇਹਨੂੰ ਪੜ੍ਹਾਉਣਾ ਕਿੰਨੇ ਆ। ਪਰ ਬਾਬੇ ਕਾਲੂ ਦੇ ਮਨ ਵਿੱਚ ਨਹੀਂ ਆਈ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਾਂ-ਬਾਪ ਤੇ ਮੋਹ ਦਾ ਪਰਦਾ ਪਾਇਆ। ਇਹਦਾ ਕਾਰਨ ਕੀ ਹੈ? ਕਿਉਂਕਿ ਸਤਿਗੁਰੂ ਜੀ ਮਰਿਆਦਾ ਨੂੰ ਕਾਇਮ ਰੱਖਦੇ ਆ। ਜਗਤ ਦੀ ਇੱਕ ਮਰਿਆਦਾ ਹੈ ਕਿ ਬੱਚੇ ਦਾ ਫਰਜ਼ ਹੈ ਆਪਣੇ ਮਾਂ-ਬਾਪ ਦੀ ਸੇਵਾ ਕਰਨੀ, ਆਪਣੇ ਮਾਂ-ਬਾਪ ਦੇ ਚਰਨੀ ਹੱਥ ਲਾਉਣਾ। ਪਰ ਸਤਿਗੁਰਾਂ ਨੂੰ ਪਤਾ ਹੈ ਕਿ ਜੇ ਸਾਡੇ ਮਾਂ-ਬਾਪ ਨੂੰ ਪਤਾ ਲੱਗ ਗਿਆ ਕਿ ਮੈਂ ਪਰਮੇਸ਼ਰ ਹਾਂ, ਤਾਂ ਇਹਨਾਂ ਨੇ ਮੇਰੇ ਚਰਨਾਂ 'ਤੇ ਸਿਰ ਰੱਖ ਦੇਣਾ ਹੈ ਤੇ ਮੇਰੀ ਸੇਵਾ ਕਰਨੀ ਆਰੰਭ ਕਰ ਦੇਣੀ ਹੈ, ਜੋ ਮਰਿਆਦਾ ਦੇ ਉਲਟ ਹੋ ਜਾਵੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਮੋਹ ਦਾ ਪਰਦਾ ਪਾ ਰੱਖਿਆ। ਪੁੱਤਰ ਬਣ ਕੇ ਰਹੇ, ਪਰਮੇਸ਼ਰ ਰੂਪ ਨਹੀਂ ਦਰਸ਼ਨ ਦਿੱਤੇ, ਪਰ ਅੰਤਲੇ ਸਮੇਂ ਵਿੱਚ ਪਿਤਾ ਜੀ ਨੂੰ ਪਰਮੇਸ਼ਰ ਰੂਪ ਦੇ ਵਿੱਚ ਦਰਸ਼ਨ ਦਿੱਤੇ। ਜਦੋਂ ਅੰਤਲੇ ਸਵਾਸਾਂ 'ਤੇ ਪਟਵਾਰੀ ਜੀ ਸਨ, ਉਦੋਂ ਮਹਾਰਾਜ ਨੇ ਇਹ ਗਿਆਨ ਬਖਸ਼ਿਆ ਤੇ ਪਟਵਾਰੀ ਜੀ ਕਹਿਣ ਲੱਗੇ, ਪੁੱਤਰ ਜੀ ਅਸੀਂ ਤਾਂ ਤੁਹਾਨੂੰ ਪੁੱਤਰ ਹੀ ਸਮਝਦੇ ਰਹੇ, ਪਰ ਤੁਸੀਂ ਤਾਂ ਪਰਮੇਸ਼ਰ ਹੋ। ਆਖਿਆ ਸਾਡੀ ਕਲਿਆਣ ਕਰੋ, ਨਰਕਾਂ ਤੋਂ ਬਚਾਓ। ਸਤਿਗੁਰਾਂ ਨੇ ਆਖਿਆ, ਪਿਤਾ ਜੀ ਅਜੇ ਵੀ ਸ਼ੱਕ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਘਰ ਵਿੱਚ ਪੁੱਤਰ ਬਣ ਕੇ ਆਇਆ, ਨਰਕ ਤਾਂ ਉਦੋਂ ਦੇ ਤੁਹਾਡੇ ਘਰੋਂ ਖੰਭ ਲਾ ਕੇ ਉੱਡ ਗਏ। ਤੁਹਾਨੂੰ ਨਰਕਾਂ 'ਚ ਜਾਣ ਦੀ ਲੋੜ ਨਹੀਂ, ਤੁਸੀਂ ਤਾਂ ਸੱਚਖੰਡ ਵਾਸੀ ਆ। ਸੋ ਪਟਵਾਰੀ ਜੀ ਨੇ ਸਮਝਿਆ ਕਿ ਨਹੀਂ, ਇਹਨੇ ਇੱਥੇ ਨਹੀਂ ਪੜ੍ਹਨਾ, ਇਹਨੂੰ ਅਗਲੇ ਸਕੂਲ ਲੈ ਜਾਈਏ। ਆਪਾਂ ਵੀ ਕਈ ਵਾਰ ਇੱਦਾਂ ਕਰਦੇ ਨੇ ਵੀ ਇੱਕ ਸਕੂਲ 'ਚ ਬੱਚਾ ਨਹੀਂ ਪੜ੍ਹਦਾ ਤੇ ਚਲੋ ਦੂਜੇ ਸਕੂਲ ਪਾ ਦਿੰਦੇ, ਸ਼ਾਇਦ ਉੱਥੇ ਚੱਲ ਪਵੇ। ਬਾਹੋਂ ਫੜਿਆ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਤੇ ਲੈ ਆਏ ਕੁਤਬਦੀਨ ਮੌਲਵੀ ਦੇ ਕੋਲ, ਜੋ ਫਾਰਸੀ ਪੜ੍ਹਾਉਂਦਾ ਸੀ। ਆਖਿਆ ਚਲੋ ਇਹਨੂੰ ਫਾਰਸੀ ਪੜ੍ਹਾ ਲੈਂਦੇ ਹਾਂ। ਤੇ ਕੁਤਬਦੀਨ ਮੌਲਵੀ ਦੇ ਕੋਲ ਇਹ ਦੋ ਗੱਲਾਂ ਪਹਿਲਾਂ ਹੀ ਪਹੁੰਚ ਗਈਆਂ, ਕਿਉਂਕਿ ਇਹੋ ਜਿਹੇ ਬਚਨ ਤਾਂ ਬੜੀ ਛੇਤੀ ਉੱਡਦੇ ਆ। ਵੀ ਪਟਵਾਰੀ ਦੇ ਪੁੱਤਰ ਨੇ ਗੋਪਾਲ ਦਾਸ ਪਾਂਧੇ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ ਹੈ ਤੇ ਬ੍ਰਿਜਨਾਥ ਪੰਡਤ ਨੂੰ ਵੀ ਨਿਹਾਲ ਕਰ ਦਿੱਤਾ ਹੈ। ਉਹਦੀ ਪਹਿਲਾਂ ਹੀ ਭਾਵਨਾ ਬਣ ਗਈ, ਉਹਨੇ ਪੜ੍ਹਾਉਣਾ ਤੇ ਕੀ ਸੀ, ਪਹਿਲਾਂ ਹੀ ਹੱਥ ਜੋੜ ਕਰਕੇ ਕਹਿਣ ਲੱਗਾ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਨਿਹਾਲ ਕਰੋ, ਉਪਦੇਸ਼ ਦਿਓ। ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 7 ਸਾਲ ਦੀ ਉਮਰ ਦੇ ਵਿੱਚ ਕੁਤਬਦੀਨ ਮੌਲਵੀ ਨੂੰ ਫਾਰਸੀ ਦੇ ਵਿੱਚ ਉਪਦੇਸ਼ ਬਖਸ਼ਿਆ। ਫਾਰਸੀ ਦੇ ਵਿੱਚ ਲਿਖਿਆ ਤੇ ਗੁਰਮੁਖੀ 'ਚ ਹੀ ਹੈ, ਪਰ ਸ਼ਬਦ ਜਿਹੜੇ ਫਾਰਸੀ ਦੇ ਨੇ, ਜੇ ਪੜ੍ਹਨਾ ਹੋਵੇ ਤੇ ਅੰਗ ਮੈਂ ਤੁਹਾਨੂੰ ਦੱਸ ਦਿੰਦਾ। 721 ਅੰਗ ਤਲੰਗ ਰਾਗ ਦਾ ਪਹਿਲਾ ਸ਼ਬਦ ਸਤਿਗੁਰਾਂ ਨੇ ਉਚਾਰਿਆ, ਯਕ ਅਰਜ ਗੁਪਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ, ਮਮਸਰ ਮੂਏ ਅਜਰਾਇਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਇਹ ਪਾਵਨ ਸ਼ਬਦ ਉਚਾਰ ਕਰਕੇ ਉਸ ਵੇਲੇ ਕੁਤਬਦੀਨ ਮੌਲਵੀ ਨੂੰ ਨਿਹਾਲ ਕੀਤਾ ਹੈ। ਸਮਾਂ ਬੀਤਦਾ ਗਿਆ, ਅਨੇਕਾਂ ਕੌਤਕ ਸਤਿਗੁਰੂ ਨਾਨਕ ਸਾਹਿਬ ਜੀ ਨੇ ਤਲਵੰਡੀ ਦੀ ਧਰਤੀ 'ਤੇ ਕੀਤੇ। ਜੋ ਜੋ ਕੌਤਕ ਕੀਤੇ ਉਹਨਾਂ ਦੀ ਯਾਦ ਵਿੱਚ ਅੱਜ ਉੱਥੇ ਅਸਥਾਨ ਬਣੇ ਹੋਏ। ਜਿੱਥੇ ਸੱਪ ਨੇ ਛਾਂ ਕੀਤੀ ਉਹ ਵੀ ਅਸਥਾਨ ਬਣਿਆ ਹੋਇਆ, ਜਿੱਥੇ ਉਜੜੀ ਹੋਈ ਖੇਤੀ ਹਰੀ ਕੀਤੀ ਉਹ ਵੀ ਅਸਥਾਨ ਬਣਿਆ ਹੋਇਆ, ਜਿੱਥੇ ਦਰਖਤ ਦੀ ਛਾਇਆ ਟਿਕੀ ਰਹੀ ਉਹ ਵੀ ਅਸਥਾਨ ਬਣਿਆ ਹੋਇਆ। ਰਾਏ ਬੁਲਾਰ ਨੂੰ ਨਿਹਾਲ ਕੀਤਾ, ਅਨੇਕਾਂ ਨੂੰ ਤਾਰਿਆ ਹੈ। ਅਨੇਕਾਂ ਕੌਤਕ ਰਾਏ ਭੋਏ ਦੀ ਤਲਵੰਡੀ 'ਤੇ ਕੀਤੇ, ਜਿੱਥੇ ਸ੍ਰੀ ਨਨਕਾਣਾ ਸਾਹਿਬ ਅੱਜ ਪਾਵਨ ਅਸਥਾਨ ਬਣਿਆ ਹੋਇਆ। ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਵੀ ਅਨੇਕਾਂ ਕੌਤਕ ਕੀਤੇ। 14 ਸਾਲਾਂ ਤੋਂ ਉੱਪਰ ਦਾ ਸਮਾਂ
सतगुरु जी सुल्तानपुर साहब की धरती ते रहे ने, जिथे मोदी खाना चलाया तो 13-13 तोलिया, जिथे काजी नूं ते नवाब दौलत खां नूं असली नमाज पढ़न का ढंग दसिया, जिथे सतगुरां ने एक कौतक किया वो मैं तुहाडे नाल साझा करके समाप्ति करा, क्योंकि समा समाप्त होने वाला। भाई गुरदास जी ने उस कौतक का जिक्र किया है। वेई नदी के राही सतगुरु पातशाह जी सचखंड गए। 3 दिनों बाद निरंकार दे कोलों वापस संसार ते आए। जिथों गए उत्थे गुरुद्वारा बेर साहब बनिया होया, जिथे प्रगट होए उत्थे गुरुद्वारा संत घाट साहब बनिया होया। ते साडे मूर्ख विद्वान ये गल कहते ने कि गुरु नानक देव जी यह वेई नदी नूं पार करके ते झाड़ी दे ओले 3 दिन बैठे रहे। मूर्खो, गुरु साहब जी का जीवन इहो जिहा है भी वो सिखां नाल झूठ बोलेगा, छलिया होवेगा। जिहो जे ये आप लोग ने, इन्हां नूं गुरु भी उहो जिहा नज़र आउंदा है। पर भाई साहब भाई गुरदास जी नूं पुछिए, क्योंकि मैं पहले ही बेनती की थी, मूर्खां नूं नहीं पुछना, आपां विवेकियां नूं पुछना है। विवेकी नूं पुछिए, ब्रह्म ज्ञानी नूं पुछिए, तुसीं दसो कि गुरु नानक सचखंड गया कि नहीं। तो भाई गुरदास जी एक बचन लिखते हैं, पहला बाबे पाया बख्शदार, पिछों दे फिर घाल कमाई। ये गल बड़ी नोट करने वाली है। वो कहते ने बाबे नानक ने पहला बख्शिश वाला दर प्राप्त किया है, फिर घाल कमाई की। हुण तुहाडे मन में विचार आवेगी कि जदों बख्शिश मिल गई फिर घाल कमाई करने की की लोड़ आ। सवाल तो उठदा ना भी बख्शिश लैण वास्ते आपां घाल कमाई करनी है, सेवा करनी है। पर भाई गुरदास जी कहते घाल कमाई बाद विच कीती है, बख्शिश पहला हुई है। कारण की है कि बाबे नानक नूं कोई घाल कमाई करने की लोड़ नहीं सी, वो निरंकार दा स्वरूप ने। भट्टा ने गुरबाणी विच लिखिया है, बलिओ चराग अंधियार महै सब कल उधरी एक नाम धर्म, प्रगट सगल हर भवन महै जन नानक गुर पार ब्रह्म। कहते गुरु नानक परमेश्वर है। भट्ट लिखते ने जोत रूप हर आप गुरु नानक कहायो, ज्योति स्वरूप वाहिगुरु आप आ, उसे वाहिगुरु ने गुरु नानक कहाया है। विद्वान लिखते ने आद निरंजन है गुरु नानक धार के मूर्त है जग आयो, लोग सुनियो पर लोग सुनियो विद लोग सुनियो सब दर्शन पायो, संगत पार उतारन कहो गुरु नानक साहिब पंथ चलायो, वाहिगुरु गुरु नानक साहिब धार के मूर्त है जग आयो। वाहिगुरु का स्वरूप। एक मुसलमान वीर बड़े सुंदर बचन लिखता है। मैं कई बार सोचता हूँ, गैरां की भावना है पर जिहड़े अपने वो मूर्ख बनते जाते हैं। वो लिखदा नानक गुरु रहनुमा बन के आया, हर एक दर्दे दिल की दुआ बन के आया, पापों की अग्नि में जलती थी दुनिया बुझाने की खातिर मुस्तफ़ा बन के आया, हिंदुओं के सतगुरु दीनों के रक्षिश मुसलमानों के घर मुस्तफ़ा बन के आया, दूई का पर्दा उठाने की खातिर वो नानक की सूरत खुदा बन के आया। भी खुदा आया संसार ते। हुण घाल कमाई क्यों की? घाल कमाई गुरु नानक साहब ने साडे वास्ते की, सानू सिद्धांत देण वास्ते, सिक्ख्या देण वास्ते। सिख नूं तां घाल घालनी पैनी है ना। जिवें एक टीचर BEd की हुई, MA की जां BA की है, पर जदों छोटे बच्चे नूं पढ़ाउंदा ते उहनूं ऊड़ा आड़ा भी लिखना पैंदा, ABC भी लिखनी पैंदी, हालांकि उहदी ये पढ़ाई नहीं गी। पर जे किसी नूं सिखाउणा है पढ़ाउणा है तो उन्होंने लिखना पवेगा। इस तरह सानू सिद्धांत देने वास्ते सानू पातशाह ने एक औदक की, घाल कमाई की। पहला बाबे पाया बख्शदार, पिछों दे फिर घाल कमाई, रेत अक आहार कर रोड़ां दी गुर करी विछाई। हुण साडे विद्वान कहंदे कि तप हुंदा ही नहीं गुरु नानक दे घर विच, कोई तपस्या ही नहीं हैगी। भाई साहब कहते ने कि रेत का भोजन किया, अक का भोजन किया, रोड़ियां की विछाई करते रहे गुरु नानक साहब। क्योंकि तुसीं जिन्नी कोमल सेजा ते पाओगे उन्ना वध आलस पवेगा, नींद आवेगी, ते जिन्नी सेजा कठोर होवेगी नींद घट आवेगी। रब दे प्यारे तां ही रोड़ियां ते पैंदे सन कि नींद घट आवे ते असीं रब दी बंदगी करिए।
ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉ ਬਣ ਆਈ। ਕਹਿੰਦੇ ਭਾਰੀ ਤਪੱਸਿਆ ਕੀਤੀ ਗੁਰੂ ਨਾਨਕ ਸਾਹਿਬ ਨੇ ਤੇ ਪਰਮੇਸ਼ਰ ਨਾਲ ਬਣੀ ਹੈ। ਤੇ ਅਗਲਾ ਬਚਨ ਜਿਹੜੇ ਕਹਿੰਦੇ ਝਾੜੀਆਂ ਓਲੇ ਗੁਰੂ ਨਾਨਕ ਬੈਠਾ, ਭਾਈ ਸਾਹਿਬ ਨੂੰ ਪੁੱਛੋ ਮੂਰਖਾਂ ਦੇ ਮਗਰ ਨਾ ਲੱਗਿਆ ਕਰੋ। ਭਾਈ ਸਾਹਿਬ ਜੀ ਕਹਿੰਦੇ ਨੇ ਬਾਬਾ ਪਹਿਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਨਾਨਕ ਸੱਚਖੰਡ ਗਿਆ, ਕਲੀਅਰ ਹੋ ਗਿਆ ਨਾ। ਬਸ ਬਬੇਕੀ ਨੇ ਦੱਸ ਦਿੱਤਾ, ਆਪਾਂ ਹੁਣ ਮੂਰਖਾਂ ਤੋਂ ਕੀ ਲੈਣਾ। ਧਿਆਨ ਦੇਣਾ, ਪੁੱਛੋ ਬਬੇਕੀਆਂ ਜਾਏ, ਬਬੇਕੀਆਂ ਨੂੰ ਪੁੱਛੋ, ਮੂਰਖਾਂ ਨੂੰ ਨਾ ਪੁੱਛਿਆ ਕਰੋ। ਬਾਬਾ ਪਹਿਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਸੱਚਖੰਡ ਚੋਂ ਲਿਆਂਦਾ ਕੀ? ਤੇ ਭਾਈ ਗੁਰਦਾਸ ਜੀ ਕਹਿੰਦੇ 9 ਨਿਧੀਆਂ, 9 ਖਜ਼ਾਨਿਆਂ ਨੂੰ, 9 ਪ੍ਰਕਾਰ ਦੇ ਖਜ਼ਾਨਿਆਂ ਨੂੰ ਦੇਣ ਵਾਲਾ ਨਾਮ। ਤੇ ਗਰੀਬੀ ਦਾ ਅਰਥ ਹੈ ਨਿਮਰਤਾ। ਸਾਡੇ ਵਿੱਚ ਤਾਂ ਉੱਡ ਗਈ ਖੰਭ ਲਾ ਕੇ, ਹੰਕਾਰ ਹੀ ਰਹਿ ਗਿਆ, ਪਰ ਗੁਰੂ ਨਾਨਕ ਨੇ ਨਿਮਰਤਾ ਲਿਆਂਦੀ। ਫਿਰ ਜਦੋਂ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ ਜੀ, ਉਸ ਤੋਂ ਪਹਿਲਾਂ 2 ਮਿੰਟ ਲੈਣੇ ਤੁਹਾਡੇ, ਕੀਰਤਨੀਏ ਸਿੰਘ ਪਹੁੰਚ ਚੁੱਕੇ ਨੇ। ਸੋ ਗੁਰੂ ਪਿਆਰ ਵਾਲਿਓ, ਰੌਲਾ ਪੈ ਗਿਆ ਸੁਲਤਾਨਪੁਰ ਕਿ ਨਾਨਕ ਰੁੜ ਗਿਆ, ਨਾਨਕ ਰੁੜ ਗਿਆ, ਮੋਦੀ ਰੁੜ ਗਿਆ। ਨਵਾਬ ਦੌਲਤ ਖਾਨ ਦੇ ਸਿਪਾਹੀ ਜਾਲ ਲੈ ਕੇ ਭੱਜੇ ਫਿਰਨ ਵੀ ਲਾਸ਼ ਹੀ ਲੱਭ ਜਾਵੇ। ਪਿੰਡ 'ਚ ਰੌਲਾ ਪੈ ਗਿਆ, ਭਾਈਆ ਜੈ ਰਾਮ ਵੀ ਡੋਲ ਗਏ, ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋਈਆਂ, ਬੇਬੇ ਨਾਨਕੀ ਕੋਲੇ ਆ ਗਈਆਂ, ਤੇਰਾ ਵੀਰ ਰੁੜ ਗਿਆ। ਪਰ ਧੰਨ ਬੇਬੇ ਨਾਨਕੀ, ਇੰਨਾ ਪੱਕਾ ਵਿਸ਼ਵਾਸ। ਆਖਿਆ ਨਹੀਂ ਭੈਣਾ, ਤੁਹਾਨੂੰ ਭੁਲੇਖਾ ਹੈ, ਮੇਰਾ ਵੀਰ ਨਾਨਕ ਕਦੇ ਨਹੀਂ ਰੁੜ ਸਕਦਾ। ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਦੇ ਆਪ ਨਹੀਂ ਰੁੜ ਸਕਦਾ। ਇਹ ਵਿਸ਼ਵਾਸ ਸੀ ਬੇਬੇ ਨਾਨਕੀ ਦਾ। ਤੇ ਗੁਰੂ ਪਿਆਰ ਵਾਲਿਓ, ਜਿੱਥੋਂ ਪ੍ਰਗਟ ਹੋਏ ਮਹਾਰਾਜ, ਉੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ। ਉੱਥੇ ਮਹਾਰਾਜ ਪ੍ਰਗਟ ਹੋਏ, ਫਿਰ ਸਮਾਧੀ ਲਾ ਕੇ ਬਹਿ ਗਏ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਧਿਆਨ ਲਾ ਕੇ ਗੁਰੂ ਨਾਨਕ ਨੇ ਵੇਖਿਆ ਸਾਰੀ ਸ੍ਰਿਸ਼ਟੀ ਵਕਾਰਾਂ ਦੀ ਅੱਗ ਵਿੱਚ ਸੜਦੀ ਹੋਈ ਨਜ਼ਰ ਆਈ, ਈਰਖਾ ਚੁਗਲੀ ਨਿੰਦਿਆ ਵਿੱਚ ਸੜਦੀ ਹੋਈ ਨਜ਼ਰ ਆਈ। ਬਾਝਹੁ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ, ਹਾਏ ਹਾਏ ਕਰਦੀ ਦੁਨੀਆ ਨੂੰ ਸੁਣਿਆ ਮੇਰੇ ਪਾਤਸ਼ਾਹ ਨੇ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਬਾਬੇ ਨੇ ਫਿਰ ਭੇਖ ਬਣਾਇਆ ਦੁਨੀਆ ਨੂੰ ਤਾਰਨ ਵਾਸਤੇ, 4 ਉਦਾਸੀਆਂ ਕੀਤੀਆਂ, ਉਹ ਮਰਿਆਦਾ ਚਲਾਈ। ਚੜਿਆ ਸੋਧਨ ਧਰਤ ਲੁਕਾਈ। ਧਰਤੀ ਨੂੰ, ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਸੋਧਨ ਵਾਸਤੇ ਗੁਰੂ ਨਾਨਕ ਚੜਿਆ, ਭਾਵ ਚੱਲਿਆ। ਇਸ ਤੋਂ ਅੱਗੇ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕੱਲ ਦਾ ਦੀਵਾਨ ਆਪਾਂ ਗੁਰੂ ਨਾਨਕ ਦੇ ਲੇਖੇ ਲਾਉਣਾ ਹੈ, ਕੱਲ ਨੂੰ ਸਰਵਣ ਕਰਾਂਗੇ। ਇਸ ਤੋਂ ਅੱਗੇ ਕਿਵੇਂ ਸੋਧਨ ਵਾਸਤੇ ਗੁਰੂ ਨਾਨਕ ਸਾਹਿਬ ਗਏ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਆਪਾਂ ਇੱਥੇ ਸੰਕੋਚਦੇ ਹਾਂ। ਤੇ ਗੁਰੂ ਪਿਆਰ ਵਾਲਿਓ, ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਪ੍ਰਕਾਸ਼ ਦਾ ਅਰਥ ਹੁੰਦਾ ਹੈ ਚਾਨਣ। ਤੇ ਪ੍ਰਕਾਸ਼ ਪੁਰਬ ਸਾਡਾ ਮਨਾਇਆ ਤਾਂ ਸਫਲਾ ਜੇ ਸਾਡੇ ਹਿਰਦੇ ਵਿੱਚ ਵੀ ਇਹ ਪ੍ਰਕਾਸ਼ ਹੋ ਜਾਵੇ, ਚਾਨਣ ਹੋ ਜਾਵੇ ਗੁਰੂ ਦੇ ਗਿਆਨ ਦਾ। ਤੇ ਅਸੀਂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ, ਗੁਰੂ ਦੱਸੀ ਮਰਿਆਦਾ ਵਿੱਚ ਚੱਲ ਕਰਕੇ ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ। ਅਤੇ ਇਹ ਬਚਨ ਪੱਕੇ ਦ੍ਰਿੜ ਕਰ ਲਈਏ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੀ ਸਾਰਿਆਂ ਤੋਂ ਵੱਡਾ ਗੁਰੂ ਨਾਨਕ ਹੈ। ਤੇ ਆਪਾਂ ਵੱਡੇ ਨਾਲ ਹੀ ਜੁੜਨਾ ਹੈ, ਨਿੱਕਿਆਂ ਨਾਲ ਜੁੜਨ ਦੀ ਲੋੜ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹ ਮਤ ਆ ਜਾਵੇ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਵਧਾਨ ਹੋਵੋ, ਸਿਮਰਨ ਵਿੱਚ ਜੁੜਨਾ ਕਰੋ ਜੀ। ਵਾਹਿਗੁਰੂ।